कानड़ा महला पंजवा अहं तोरो अहं तोरो मुख जोरो अहं तोरो मुख जोरो अहं तोरो मुख जोरो अहं तोरो मुख जोरो गुर गुर करत गुर गुर करत मन लोरो तोरो अहं मुख जोरो अहं तोरो मुख जोरो गुर गुर करत मन लोरो गुर गुर करत मन लोरो प्रीत प्यारो प्रीत प्यारो अहं तोरो मुख जोरो मुख जोरो गुर गुर करत मन लोरो गुर गुर करत मन लोरो प्रीत प्यारो मोरो प्रीत प्यारो
ग्रह सेज सुहावी आंगन चैना, ग्रह सेज सुहावी आंगन चैना, तोरो रि तोरो पंचदूतन स्यो संग तोरो। ग्रह सेज सुहावी आंगन चैना, तोरो रि तोरो पंचदूतन स्यो संग तोरो। पंचदूतन स्यो संग तोरो, अहं तोरो मुख जोरो, अहं तोरो मुख जोरो, गुर गुर करत मन लोरो, गुर गुर करत मन लोरो। प्रिय प्रीत प्यारो प्रिय प्रीत प्यारो अहं तोरो मुख जोरो, अहं तोरो। आए न जाए बसे निज आसन, कमल बिग सोरो
छुटकी हो मैं सो रो, छुटकी गायो री गायो प्रभु नानक, गायो री गायो प्रभु नानक, प्रभु नानक गुनी गयो एरो, प्रभु नानक गुनी गहे। अहं तोरो मुख जोरो, अहं तोरो मुख जोरो, गुर गुर करत मन मोरो, गुर गुर करत मन मोरो। प्रिय प्रीत प्यारो मोरो, प्रिय प्रीत प्यारो मोरो, अहं तोरो मुख जोरो, 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 गुर गुर करत मन मोरो, गुर गुर करत मन मोरो, गुर गुर करत मन मोरो। प्रिय प्रीत प्यारो मोरो, रहाओ। प्यारी साध संगत जी, असी जो शब्द गायन किया है ये गुरु ग्रंथ साहिब दे 1306 भाव 1306 अंक ते शब्द सुशोभित है। जदों असी सारे रल के शब्द गायन करते हैं तब बार बार जिहड़ी टेक रखी जाती है और रहाओ की पंक्ति दी रखी जाती है। रहाओ का मतलब होंदा है शब्द का सेंट्रल आइडिया। सेंट्रल आइडिया शब्द का भाव अर्थ होंदा है और उहदे तो पता लगता है अज का सबजैक्ट की है और मैनू इहदे विच सुनिया की दिता जा रहा। जदों तक असी रहाओ नूं समझदे नहीं हाँ तां तक सानू शब्द चों तत्त विचार तत्त ज्ञान विवेक बुद्धि वास्ते की दिता जा रहा साडे पल्ले नहीं पैंदा। खास तौर पर जदों असी अखंड पाठां विच मस्त रहिंदे हां तां ते बिल्कुल ही नहीं पैंदा, क्योंकि उहदे पता ही लगता रहाओ कदों आया और कदों चला गया।
ਅਖੰਡ ਪਾਠ ਆਪਣੇ ਆਪ ਵਿੱਚ ਰਹਾਉ ਨੂੰ ਕੰਟਰਾਡਿਕਟ ਕਰਦਾ ਹੈ। ਰਹਾਉ ਦਾ ਮਤਲਬ ਹੁੰਦਾ ਪੌਜ਼, ਰੁਕੋ। ਜੋ ਪੰਕਤੀ ਪੜ੍ਹ ਕੇ ਆਏ ਹੋ ਇਸ ਨੂੰ ਬਾਰ-ਬਾਰ ਵਿਚਾਰੋ, ਰੁਕ ਕੇ ਵਿਸ਼ਰਾਮ ਦੇ ਕੇ ਵਿਚਾਰੋ। ਪੌਜ਼ ਦਾ ਮਤਲਬ ਲਫ਼ਜ਼ੀ ਅਰਥ ਵਿਸ਼ਰਾਮ ਸਿਰਫ ਚੁੱਪ ਹੋਣ ਵਾਸਤੇ ਨਹੀਂ ਹੈ। ਕਈ ਅਰਥ ਕਰਨ ਵੇਲੇ ਕਹਿੰਦੇ ਪੌਜ਼ ਮੀਨਸ ਵਿਸ਼ਰਾਮ ਔਰ ਅੱਗੇ ਟੁਰ ਪੈਂਦੇ ਨੇ। ਪਰ ਪੌਜ਼ ਦਾ ਮਤਲਬ ਹੈ ਜਿਹੜੀ ਪੰਕਤੀ ਪੜ੍ਹ ਕੇ ਆਏ ਹੋ ਇਸ ਪੰਕਤੀ ਨੂੰ ਬਾਰ-ਬਾਰ ਵਿਚਾਰੋ, ਦ੍ਰਿੜ ਕਰੋ। ਇਹ ਸ਼ਬਦ ਦਾ ਪਿਵਟਲ ਪੁਆਇੰਟ ਹੈ, ਤੁਰਾ ਹੈ। ਅਤੇ ਜਦੋਂ ਅਸੀਂ ਅਖੰਡ ਪਾਠ ਕਰਦੇ ਹਾਂ ਤਾਂ ਤੇ ਰਹਾਉ ਦੀ ਪੰਕਤੀ ਨੂੰ ਦੁਬਾਰਾ ਪਿੱਛੇ ਜਾ ਕੇ ਪੜ੍ਹ ਕੇ ਵਿਚਾਰ ਕਰ ਹੀ ਨਹੀਂ ਸਕਦੇ ਹਾਂ। ਮੈਨੂੰ ਨਹੀਂ ਪਤਾ ਕਿ ਸਿੱਖ ਜਗਤ ਵਿੱਚ ਰਹਾਉ ਕਦੋਂ ਤੋਂ ਗੁਰੂ ਗ੍ਰੰਥ ਸਾਹਿਬ ਨੇ ਸ਼ੁਰੂ ਤੋਂ ਪ੍ਰਚਾਰਿਆ, ਲੇਕਿਨ ਇਹ ਨਹੀਂ ਪਤਾ ਕਿ ਸਿੱਖ ਸੰਗਤਾਂ ਵਿੱਚ ਇਹ ਕਦੋਂ ਤੋਂ ਸ਼ੁਰੂ ਹੋ ਗਿਆ ਕਿ ਰਹਾਉ ਨੂੰ ਵਿਚਾਰੋ ਨਾ ਔਰ ਨੌਨ ਸਟਾਪ ਬਸ ਪੜ੍ਹੀ ਜਾਓ। ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ। ਅਸੀਂ ਕੇਵਲ ਸ਼ਬਦ ਬਾਣੀ ਦੀ ਬਣਤਰ ਦਾ ਢੰਗ, ਅੱਜ ਕੱਲ੍ਹ ਸਾਰਾ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਮਨਾਉਣ ਦੇ ਪੂਰੇ ਉਸ ਅਵਸਥਾ ਵਿੱਚ ਹੈ, ਉਮਾਹ ਵਿੱਚ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਨੂੰ ਵਿਚਾਰ ਕੇ ਸਾਂਝ ਕੇ ਪੜ੍ਹੀਏ। ਸ਼ਬਦ ਦੇ ਰਹਾਉ ਵਿੱਚ ਕਹਿੰਦੇ ਹਨ ਇਸ ਦਾ ਰਹਾਉ 3 ਪੰਕਤੀਆਂ ਦਾ ਹੈ। ਜਦੋਂ ਅਸੀਂ ਮਹਿਲਾ ਨੌਵਾਂ ਦੀ ਬਾਣੀ ਪੜ੍ਹਦੇ ਹਾਂ ਤਾਂ ਮਹਿਲਾ ਨੌਵਾਂ ਦੀ ਬਾਣੀ ਵਿੱਚ ਕਈ ਜਗ੍ਹਾ ਇੱਕ ਪੰਕਤੀ ਛੋਟੀ ਜਿਹੀ ਸ਼ੁਰੂ ਵਿੱਚ ਰਹਾਉ ਹੁੰਦਾ ਹੈ ਜਾਂ 1.5 ਪੰਕਤੀ ਰਹਾਉ ਹੁੰਦਾ ਹੈ। ਮਾਈ ਮੈਂ ਧਨ ਪਾਏ ਔਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ ਰਹਾਉ। ਇੱਥੇ ਇਹ 3 ਪੰਕਤੀਆਂ ਨੇ ਛੋਟੀਆਂ ਛੋਟੀਆਂ। ਅਹੰਗ ਤੋਰੋ ਮੁਖ ਜੋਰੋ, ਗੁਰ ਗੁਰ ਕਰਤ ਮਨ ਲੋਰੋ, ਪ੍ਰੀਤ ਪਿਆਰੋ ਮੋਰੋ। ਰਹਾਉ। ਮੈਨੂੰ ਇਹ ਪੰਕਤੀਆਂ ਪੜ੍ਹ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸ਼ਬਦ ਅਹੰਗ ਮੀਨਸ ਅਹਿਮ, ਮੀਨਸ ਈਗੋ, ਮੀਨਸ ਹਉਮੈ, ਮੀਨਸ ਹੰਕਾਰ ਤੋੜਨ ਵਾਸਤੇ ਮਨੁੱਖ ਨੂੰ ਜਾਚ ਸਿਖਾਈ ਹੈ। ਸਾਨੂੰ ਸਭ ਨੂੰ ਪਤਾ ਨਹੀਂ ਹੈ ਕਿ ਮੈਨੂੰ ਹਉਮੈ ਹੈ, ਪਰ ਅਸੀਂ ਇਸ ਤਰ੍ਹਾਂ ਜ਼ਰੂਰ ਕਰਦੇ ਹਾਂ ਫਲਾਣੇ ਨੂੰ ਹਉਮੈ ਹੈ, ਫਲਾਣੇ ਨੂੰ ਈਗੋ ਹੈ, ਫਲਾਣਾ ਬੜਾ ਹੰਕਾਰਿਆ ਹੋਇਆ। ਔਰ ਅਸੀਂ ਆਪਣੇ ਪਰਿਵਾਰਾਂ ਵਿੱਚ ਆਪਣੇ ਜਿਨ੍ਹਾਂ ਮਨੁੱਖਾਂ ਦੇ ਨਾਲ ਉੱਠਦੇ ਬੈਠਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਨੈਗੇਟਿਵ ਪੇਸ਼ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਬਾਰੇ ਕਹਿੰਦੇ ਆ ਫਲਾਣੇ ਨੂੰ ਬੜਾ ਹੰਕਾਰ ਹੈ, ਫਲਾਣਾ ਬੜਾ ਹੰਕਾਰਿਆ ਹੋਇਆ। ਪਰ ਫਲਾਣੇ ਨੂੰ ਬੜੀ ਈਗੋ ਹੈ, ਬੜਾ ਈਗੋਇਸਟਿਕ ਹੈ। ਇਹ ਲਫ਼ਜ਼ ਅਸੀਂ ਨਾ ਪ੍ਰਚਲਿਤ ਹਨ ਔਰ ਅਸੀਂ ਇਹ ਬੋਲਦੇ ਰਹਿੰਦੇ ਹਾਂ। ਇਹਨਾਂ ਲਫ਼ਜ਼ਾਂ ਨੂੰ ਬੋਲਣ ਦੇ ਪਿੱਛੇ ਸਾਡਾ ਮੰਤਵ ਇਹ ਹੁੰਦਾ ਹੈ ਕਿ ਵੀ ਮੈਨੂੰ ਤੇ ਕੋਈ ਈਗੋ ਹੈ ਨਹੀਂ ਹੈ। ਸਾਡਾ ਮੰਤਵ ਇਹ ਹੁੰਦਾ ਵੀ ਮੈਂ ਹੰਕਾਰਿਆ ਨਹੀਂ ਹਾਂ, ਬਟ ਜਿਨ੍ਹਾਂ ਬਾਰੇ ਕਹਿ ਰਿਹਾ ਉਹ ਹੰਕਾਰੇ ਹੋਏ ਨੇ। ਮੈਂ ਨਮਰਤਾ 'ਚ ਰਹਿਣ ਵਾਲਾ ਇਨਸਾਨ ਹਾਂ। ਇਸ ਅਸੀਂ ਪੇਸ਼ ਕਰਦੇ ਹਾਂ। ਸ਼ਬਦ ਸਾਡੇ ਵਾਸਤੇ ਹੈ। ਹਰ ਸ਼ਬਦ ਦੂਜੇ 'ਤੇ ਨਹੀਂ ਟੁਕਾਣਾ, ਹਰ ਸ਼ਬਦ ਆਪਣੇ 'ਤੇ ਟੁਕਾਣਾ ਹੈ। ਉਹਦੇ ਨਾਲ ਸਾਡੀ ਜੀਵਨ ਜਾਚ, ਸਾਡੀ ਆਚਰਣ ਦੀ ਉਡਾਰੀ, ਸਾਡਾ ਕਰੈਕਟਰ, ਸਾਡਾ ਡੇਲੀ ਉੱਠਣ ਬੈਠਣ ਦਾ ਜਿਹੜਾ ਸਦਾਚਾਰੀ ਜੀਵਨ ਹੈ ਉਹਦੇ ਵਿੱਚ ਉਚਾਈ ਆਉਂਦੀ ਹੈ। ਇਸ ਕਰਕੇ ਅਸੀਂ ਸ਼ਬਦ ਨੂੰ ਆਪਣੇ 'ਤੇ ਟੁਕਾ ਕੇ ਪੜ੍ਹਨ ਸਮਝਣ ਦਾ ਯਤਨ ਕਰਨਾ ਹੈ। ਜ਼ਰੂਰ ਮਿਹਨਤ ਕਰਨੀ ਹੈ ਕਿ ਇਹ ਸ਼ਬਦ ਮੈਨੂੰ ਕੀ ਸਿਖਾ ਰਿਹਾ ਹੈ। ਇਸ ਪੱਖੋਂ ਮਿਹਨਤ ਨਹੀਂ ਕਰਦੀ ਕਿ ਮੈਂ ਸ਼ਬਦ ਇੰਝ ਪੜ੍ਹਾਂ ਕਿ ਇਹਨੂੰ ਕੀ ਸਿਖਾ ਰਿਹਾ, ਇਹਨੂੰ ਕੀ ਸਿਖਾ ਰਿਹਾ, ਦੁਨੀਆ ਨੂੰ ਕੀ ਸਿਖਾ ਰਿਹਾ। ਨਹੀਂ ਸਾਧ ਸੰਗਤ ਜੀ, ਜਦੋਂ ਇਹ ਖਿਆਲ ਹੀ ਆਇਆ ਨਾ ਕਿ ਲੋਕਾਂ ਨੂੰ ਸ਼ਬਦ ਕੀ ਸਿਖਾ ਰਿਹਾ, ਤਾਂ ਫਿਰ ਸਾਡਾ ਖਿਆਲ ਬਣਦਾ ਹੈ
कि यह शब्द मेरी वोटी वास्ते है, वो सुन लवे। वोटी सोच रही होंगी यह शब्द मेरे पति और सस वास्ते है, वो सुन लैन। बाकी सोच रहे होंगे ने ये शब्द तो अज की पनीरी वास्ते है, बच्चे सुन लैन। पर अज का शब्द का रहाओ असी विचार रहे हैं बहुत सिंपल सादा ढंग नाल। अहंग AHANG, कई इसनू उच्चारण इंग्लिश में मैं जान के बोल रहा, अहम मम्मा नाल उच्चारण करते हैं, AHAM उच्चारण करते हैं। इसका जी उपर टिप्पी लगी हुई है उसनू AHANG करके असी उच्चारण करांगे। अहंग, अहंग तोरो। सत्संग जी मोस्टली जिन्होंने शब्दों में मैं देखा गुरु पातशाह हुक्म करते हैं, उत्थे जिहड़ा लफज वरत्या जाता है वो हुक्मी भविखत होंदा है। फर्ज करो असी प्रकाश उत्सव ते सारे पढ़ते पे हाँ, बार बार पढ़ते पे हाँ, आवो सिख सतगुरु के प्यारिओ। उत्थे हुक्मी भविखत के कारण बाणी की बनतर ऐड़ा कन्ना वावा हाहे नूं औंकड़ लगी हुई है। जदों किसी लफज के आखिरी अखर नूं औंकड़ लगी होंदी है और वो हाहा होंदा है तां वो हुक्म दे रूप विच होंदा है, हुक्मी भविखत। आवो सिख सतगुरु के प्यारिओ गावो सच्ची बाणी, इसका मतलब हुक्म किया जा रहा है कि गाओ बाणी। पर जे आखिरी लफज ऊड़ा बंद होवे तो ऊड़ा बंद हुक्म नहीं होंदा, ऊड़ा बंद होंदा है फर्स्ट परसन की लैंग्वेज मैं, मेरे वास्ते। सिमरों सिमर सिमर सुख पावों, नक विच बिंदी वांगू उच्चारण करांगे। मैं सिमरदा हाँ तो सुख पाउंदा हाँ। तो सुख की डेफिनेशन दी है कि सुख दे नाल मैनू की हो जाता, मेरा सुख की है, कल कलेश तन माए मिटाओ। मैं कलपदा नहीं हाँ, मैं कल कल वाले अवस्था विच नहीं पैंदा। इसदा मतलब कल कल दी कला कलेश की अवस्था तो छुटन वास्ते असी सिमरों की अवस्था विच जाते हाँ। रब नूं याद रखते हाँ, रब्बी गुणां नूं याद रखते हाँ, रब्बी गुणां दे जीवन नाल जीते हाँ। कल कलेश तन माए मिटावो, तो असी उत्थे सिमरो नहीं उच्चारण करांगे, सिमरो हाहे नाल औंकड़ बन जाता है। जदों असी ये देखांगे कि फरीदा गलीए चिक्कड़ दूर कर नाल प्यारे ने, चला तो भिज्या कमली राह तो टुटे ने, उत्थे जदों आएगा भिजो सिजो कमली अलो वरसों में, तो उत्थे भिजो सिजो दे आखिरी अखर भिजो अते सिजो का ऊड़ा लगा होया है। उस ग्रामर का मतलब होंदा है कि भावें मेरी कंबली भिज जाए, भावें सिज जाए, भावें मेरे सच दे मार्ग ते जितनियां मरिया हर्डल्स आन, जाए मिला तिना सज्जना टुटो नाई ने, मैं सच तो रुकना नहीं है, मैं सच दे मार्ग ते टुरदे रहना है। इस तरह जेकर असी विचार विचार के पढ़िए और बड़े ध्यान नाल पढ़िए कि बाणी विच किस तरह आया, तो सानू बड़े गुझे भेद प्राप्त होंदे ने। बाणी दे वडमुले अमुल रतन प्राप्त होंदे ने। फर्ज करो असी पढ़िए जिन्ना सास गिरास न विसरै हरनामा मन मंत, जिन्होंने दिन रात रब जी भुलते नहीं हैं, हरनामा भुलते नहीं ने, हरनाम रूपी मंत्र नूं दृढ़ते ने, दृढ़ाते ने। जिन्ना सास गिरास न विसरै हरनामा मन मंत, धन से सही नानका, सही प्लूरल होंदा है, वो जिन्हां जिन्हां ने रब नूं हमेशा याद रखिया वो धनता योग हैं। धन से सही नानका। अगे जेकर असी ग्रामर नूं ढंग नाल नहीं पढ़ांगे तो सानू गुरमत दा कीमती सिद्धांत हाथ नहीं लगेगा। ये विचकार कीमती सिद्धांत है एक। धन से सही नानका जे असी पढ़ दईए पूरन से ही संत, तो असी कहांगे वो लोकी संत हैं जिन्हों रब विसरदा नहीं है। जद कि उत्थे लिखिया है सोई, होड़ा लगा है, सस्से नूं होड़ा। सोई का मतलब होंदा है एक, एक वचन। सोई मतलब रब,
सो अर्थ बने जिन्ना सास गिरास ना विसरे हर नाम मंत, जिन्होंने रब जी विसरते नहीं याद रखते हैं वो धनता योग हैं। पर पूर्ण संत रब जी हैं, पूर्ण सोई संत। लोगों पैठ किया जिहड़े सच नाल जुड़ते हैं, पर नाल क्या है उन्होंने भुलेखा ना पै जाए कि मैं पूर्ण हो गया, उन्होंने भुलेखा ना पै जाए कि मैं परफेक्ट हो गया। क्योंकि निक्का जिहा धर्म दे मार्ग ते टुरन वेले एक भी कदम जदों असीं टुरदे आ ना, तो सब तो पहली बीमारी शुरू होती है हौमै, ईगो। मनु जरा जिहा पाठ करना आया, जिन्हों पाठ करना नहीं आता मेरी हौमै मैनू सताएगी कि तैनू नहीं आता और मैनू आंदा है, फलाणे नू नहीं आता मैनू आंदा है। असी बचपन ही गलती कर जाते हैं, इनोसेंट बच्चे नू कहते हैं तू बेटा बोल एक ओंकार सतनाम, बच्चा बोलता एक ओंकार सतनाम, तो असी दूजे बच्चे नू कहते हैं देखा ना तेरे को नहीं आता, देखिए बोल रहा है ना एक ओंकार सतनाम। असी रब की गल सुनाण वेले भी वो मन अंदर ये बारे नफरत पा देंगे, उन्होंने इनफीरिटी कॉम्पलैक्स पा देंगे और असी उस बच्चे नू ठिठ कर देंगे। बच्चा घबरा जाता है, बच्चा सोचता है मेरे नाल शायद वधिया है, तो असी वो अंदर कॉम्पलैक्स भी पा देंगे इनफीरियरिटी का, हीन भावना का। जबकि उन्हें कहना चाहिए जैसे ये बोल रहा है ना एक ओंकार सतनाम, ऐसे आप भी बोल सकते हो बच्चे, आप घटिया नहीं हो। इस तरह असी उत्साह दे के उन्होंने बल्कि कॉम्पलैक्स चो कढ़ सकते हैं। वी शुड नैवर कंपेयर अवर चाइल्ड विद एनी वन। अपने बच्चे नू दूजिਆਂ ਦੇ सामने असी नीवा ना पाईए, पर दूजिਆਂ ਦੇ ਬੱਚਿਆਂ ਨੂੰ भी नीवा नहीं पाना। असी इस तरह विचार के जो चलते हैं ना, तो पता लगता है ईगो हौमै कित्थे कित्थे सानू सट मारदी है। सो धर्म के कम मार्ग ते टुरन वेले कुछ भी जदों कीता जाता है, जे तां कोई चंगा गुण प्राप्त होए तां भी, अते जेकर कोई चंगा गुण तो प्राप्त ना होए पर मैं सिर्फ कर्म कांड करा, कर्म कांड करन तो बाद ते 100% श्योरिटी है कि हंकार ही चढ़ेगा। फर्ज करो कर्म कांड हुंदा तीर्थां ते जाना, कर्म कांड हुंदा वर्त रखना, पाखंड करने, दान करना, लोगों को विखा के करना। साध संगत जी कितनी जगह इस तरह देखने को मिलिया, संगत नहीं बैठी सी, बंदे ने गोलक विच माया पाई नहीं, पर जे संगत बैठी सी तो 100 का नोट कढ़ के इंज वड्डा लंबा जिहा करके, लंबी अरदास करके, गले च पल्ला पा के, बड़िया सारिया उच्चियां उच्चियां पंक्तियां पढ़ के फिर गोलक विच पैसे पाए। जे कुड़म वेख रहे ने तो रागी सिंह जी नूं माया रख दी, जे नहीं वेख रहे ने तो नहीं रखी। साध संगत जी मैं छोटे छोटे टिप्स जिहड़े मैं सांझ कर रहा, अपनी हौमै किस तरह सानू चढ़ती है। और एक एक गल्लां गुरु पातशाह कह रहे हैं, तीरथ वर्त अरदान कर मन में धरै गुमान, यही सब कुछ तू कर्म कांड करता है। और इन्हां दे करन दे कारण तेरे अंदर निक्की 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 हौमै दा हंकार वधदा जांदा है। जरा जे तेनू सोहना वाजा वजाना आ जाए, जरा जी तेरी आवाज़ सुरीली होवे, जरा जे तेनू वधिया तबला वजाना, जरा जे तेनू कुछ होर वधिया करना आ जाए, हंकार हो जाता है। फलाना रागी की गांदा है, फलाणे नूं गाना नहीं आंदा। मैं इस्त्री सखत संघ विच बचपन विच कीर्तन करन जांदा सी, जिहड़े महल्ले विच कीर्तन होंदे ने, वो बीबियां गल करदी सी, फलाणी नूं टाइम नहीं देना, उहनूं गाना ते आंदा नहीं है। वो विचारी जदों वाजा लैंदी सी ते बागी इस्त्री संघ दियां जिहड़ियां प्रधानों होंदियां सी, ये वाजा खो लैंदियां सी। जो वाजा नहीं देंदी सी, ये आनंद साहब शुरू कर दिंदियां सी, आनंद पिया मेरी मां सब भोग पाओ जी। साध संगत जी ये साडे घरां विचकार चारों पासे ਇਹ सारी हनेरी चलती है, जिहड़ी सानू निक्की निक्की गल ते हौमे दे खूह दे अंदर सुटदी जाती है और साडे उत्ते हौमे दियां सीमेंटिड परतां चढ़दियां जांदियां ने। असी हंकार दे शिकार होंदे जांदे हां। गुरु पातशाह कहंदे ने हौमे दीर्घ रोग है, बच के रही। हौमे दीर्घ रोग है, दारू भी इसमाए, कृपा करें जे अपनी तो गुरु का शब्द कमाए। जे तू सतगुर दी मत लै लवें ना, उस कृपा नूं जे लै लवें, गुरु दे शब्द नूं कमाए,
ਤਾਂ ਤੇਰੀ ਇਹ ਹਉਮੈ ਦੂਰ ਵੀ ਹੋ ਸਕਦੀ ਹੈ। ਕਰਨਾ ਤੈਨੂੰ ਹੀ ਪੈਣਾ। ਜਦੋਂ ਜਦੋਂ ਤੂੰ ਕਰੇਂਗਾ ਤਾਂ ਤੇਰੀ ਹਉਮੈ ਘਟਦੀ ਜਾਏਗੀ। ਸਾਡੇ ਘਰਾਂ ਵਿੱਚ ਨਾ ਜਦੋਂ ਕੋਈ ਇਨਸਾਨ ਉੱਚਾ ਬੋਲਦਾ ਹੈ, ਉਹਨੂੰ ਕਹੋ ਨਾ ਤੁਸੀਂ ਉੱਚਾ ਨਾ ਬੋਲੋ, ਤੁਹਾਡੀ ਨਸ ਫਟ ਜਾਏਗੀ। ਦੇਖੋ ਤੁਹਾਡੀਆਂ ਅੱਖਾਂ ਲਾਲ ਹੋ ਰਹੀਆਂ, ਕਿਸ ਤਰ੍ਹਾਂ ਕੰਬਦੇ ਪਏ ਹੋ, ਕਿਸੇ ਤੁਹਾਡੀ ਜ਼ੁਬਾਨ ਥਿੜਕਦੀ ਪਈ ਹੈ, ਤੁਹਾਡਾ ਸਿਰ ਦਰਦ ਹੋ ਜਾਂਦਾ ਹੈ, ਪਲੀਜ਼ ਉੱਚਾ ਨਾ ਬੋਲੋ। ਉਹ ਜੇ ਨਾ ਛੋੜੇ, ਇਹਨੂੰ ਹਉਮੈ ਕਹਿੰਦੇ ਨੇ। ਮੈਂ ਨਾ ਮਾਨੂੰ, ਮੈਂ ਨਹੀਂ ਛੱਡਣੀ, ਭਾਵੇਂ ਮਰ ਕਿਉਂ ਨਾ ਜਾਵਾਂ, ਭਾਵੇਂ ਮੇਰੇ ਦਿਮਾਗ ਦੀ ਨਸ ਫਟ ਕਿਉਂ ਨਾ ਜਾਏ, ਫਲਾਣੇ ਨੂੰ ਤੇ ਮੈਂ ਸਬਕ ਜ਼ਰੂਰ ਸਿਖਾਉਣਾ ਹੈ। ਇਸ ਤਰ੍ਹਾਂ ਇਹ ਹਉਮੈ ਦੀ ਨਿਸ਼ਾਨੀਆਂ ਨੇ। ਜਦੋਂ ਵੀ ਸੱਸ ਨੂੰਹ ਨੂੰ ਕੁਝ ਸਿਖਾਉਣਾ ਚਾਹੇ ਔਰ ਨੂੰਹ ਸਿੱਖਣਾ ਨਾ ਚਾਹੇ, ਕਵੇ ਬੁੱਢੀ ਬੁੜਬੁੜ ਕਰਦੀ ਹੈ, ਤਾਂ ਨੂੰਹ ਨੂੰ ਹਉਮੈ ਦਾ ਹੰਕਾਰ ਚੜ੍ਹਿਆ ਹੋਇਆ ਹੈ ਕਿ ਮੈਨੂੰ ਜ਼ਿਆਦਾ ਪਕਾਉਣਾ ਆਉਂਦਾ, ਮੈਂ ਪੜ੍ਹੀ ਲਿਖੀ ਹਾਂ। ਉਹ ਉਸ ਨੂੰ ਸਾਸੂ ਜੀ ਨੂੰ ਬੁੱਢੀ ਕਹਿ ਕੇ ਇਗਨੋਰ ਕਰਦੀ ਹੈ। ਔਰ ਜਿਹੜੀ ਬਜ਼ੁਰਗ ਮਾਤਾ ਆਪਣੀ ਨੂੰਹ ਨੂੰ ਪਿਆਰ ਨਾਲ ਨਹੀਂ ਸਿਖਾਉਂਦੀ, ਬਲਕਿ ਉਸ ਦੇ ਨੁਕਸ ਕੱਢਦੀ ਹੈ, ਉਸ ਨੂੰ ਪਤਾ ਨਹੀਂ ਕਿਤਨੇ 25 30 50 70 ਸਾਲ ਦਾ ਹੰਕਾਰ ਚੜ੍ਹਿਆ ਹੋਇਆ। ਇਸ ਤਰ੍ਹਾਂ ਪਿਓ ਪੁੱਤਰ ਦੁਨੀਆ ਦੇ ਹਰ ਅੰਗ 'ਤੇ ਲਾਈ ਜਾਓ। ਅਤੇ ਜਦੋਂ ਸਾਨੂੰ ਸਾਰੀ ਹਉਮੈ ਚੰਗੀ ਤਰ੍ਹਾਂ ਸਤਾਉਣ ਲੱਗਦੀ ਹੈ, ਹਉਮੈ ਦਾ ਕੰਡਾ ਬੁਰੀ ਤਰ੍ਹਾਂ ਸਤਾਉਣ ਲੱਗਦਾ ਹੈ, ਤਾਂ ਅਸੀਂ ਗੁਰਦੁਆਰੇ ਦੀ ਪ੍ਰਬੰਧਕੀ ਕਰਨ ਆਉਂਦੇ ਹਾਂ। ਤਾਂ ਉਸ ਪ੍ਰਬੰਧਕੀ ਵਿੱਚ ਸਾਨੂੰ ਕੁਝ ਐਮਪਲੋਈਜ਼ ਮਿਲ ਜਾਂਦੇ ਨੇ ਜਿਹੜੇ ਵਿਚਾਰੇ ਮਜਬੂਰ ਹੁੰਦੇ ਨੇ। ਰਾਗੀ ਸਿੰਘ ਜੀ, ਭਾਈ ਸਾਹਿਬ ਜੀ, ਕਥਾਕਾਰ ਜੀ, ਸੇਵਾਦਾਰ ਜੀ, ਗ੍ਰੰਥੀ ਜੀ, ਅਸੀਂ ਉਹਨਾਂ 'ਤੇ ਆਪਣੀ ਪੂਰੀ ਹਉਮੈ ਦਾ ਪ੍ਰਗਟਾਵਾ ਕਰਦੇ ਹਾਂ। ਕਿਤਨੀ ਜਗ੍ਹਾ ਗੁਰਦੁਆਰਿਆਂ ਵਿੱਚ ਪ੍ਰਬੰਧਕ ਭਾਈ ਸਾਹਿਬ ਜੀ ਨੂੰ, ਮੈਂ ਲਫ਼ਜ਼ ਵਰਤਨਿਆ ਸਤਿਕਾਰ ਨਾਲ, ਭਾਈ ਸਾਹਿਬ ਜੀ ਨੂੰ, ਸੇਵਾਦਾਰ ਜੀ ਨੂੰ, ਕਥਾਕਾਰ ਜੀ ਨੂੰ, ਰਾਗੀ ਸਿੰਘ ਜੀ ਜਿਨ੍ਹਾਂ ਨੇ 20 25 25 ਸਾਲ ਮਿਹਨਤ ਕੀਤੀ ਹੋਈ ਹੈ, ਉਹਨਾਂ ਨੂੰ ਓਏ ਭਾਈ ਓਏ ਕਰਕੇ ਬੁਲਾਉਂਦੇ ਨੇ। ਇਹ ਕੀ ਹੈ? ਹਉਮੈ ਦਾ ਪ੍ਰਗਟਾਵਾ। ਔਰ ਸਾਡਾ ਆਪਸ ਵਿੱਚ ਕਲਾ ਕਲੇਸ਼ ਬਣਦਾ ਹੀ ਤਾਂ ਹੈ ਜਦੋਂ ਹਉਮੈ ਦਾ ਕੰਡਾ ਸਾਨੂੰ ਚੁੱਭਦਾ ਹੈ, ਅਤੇ ਉਸ ਕੰਡੇ ਦੇ ਨਾਲ ਚੁੱਭ ਕੇ ਪਹਿਲਾਂ ਮੈਂ ਦੁਖੀ ਹੁੰਦਾ, ਫਿਰ ਮੈਂ ਆਪਣੇ ਆਸ-ਪਾਸ ਵਾਲਿਆਂ ਨੂੰ ਉਹ ਕੰਡਾ ਚੁਭਾਉਣਾ ਚਾਹੁੰਦਾ, ਕਿਉਂਕਿ ਮੈਂ ਸੁਖੀ ਨਹੀਂ ਹਾਂ। ਜੇ ਮੈਂ ਸੁਖੀ ਨਹੀਂ, ਆਪ ਮੋਇਆ ਜਗ ਪਰ ਲੋ, ਅਤੇ ਮੈਂ ਹੋਰਨਾਂ ਨੂੰ ਸੁਖੀ ਰਹਿਣ ਨਹੀਂ ਦੇਣਾ। ਮੈਂ ਹਉਮੈ ਦੀ ਕੰਡਿਆਂ ਦੀ ਸੂਲਾਂ ਉੱਤੇ 24 ਘੰਟੇ ਲੇਟਿਆ ਰਹਿੰਦਾ, ਹੋਰਾਂ ਨੂੰ ਵੀ ਮੈਂ ਕੰਡੇ ਹੀ ਚੁਭਾਣੇ ਹਨ। ਇਹ ਹੈ ਸਾਡਾ ਦੁਨਿਆਵੀ ਜੀਵਨ। ਦੂਜੇ ਪਾਸੇ ਸਾਡਾ ਧਰਮੀ ਜੀਵਨ। ਧਰਮੀ ਜੀਵਨ ਵਿੱਚ ਵੀ ਬਾਕੀ ਸਭ ਗਲਤ ਨੇ, ਮੈਨੂੰ ਧਰਮ ਸਮਝ ਆ ਗਿਆ। ਮੈਂ ਬੜਾ ਧਰਮੀ ਹਾਂ, ਮੈਂ ਬੜਾ ਰੱਬ ਜੀ ਦਾ ਕਲੋਜ਼ ਹਾਂ। ਬਾਕੀ ਸਾਰੇ ਰੱਬ ਜੀ ਨੂੰ ਬਰਬਾਦ ਕਰ ਦੇਣਗੇ, ਰੱਬ ਜੀ ਨੂੰ ਤੋੜ ਕੇ ਰੱਖ ਦੇਣਗੇ, ਉਹ ਵਿਸ਼ਵਾਸ ਤੋੜ ਦੇਣਗੇ। ਸਾਧ ਸੰਗਤ ਜੀ, ਤੁਹਾਡੇ ਮੇਰੇ ਬਣਾਇਆ ਗੁਰੂ ਦਾ ਵਿਸ਼ਵਾਸ ਬਣਦਾ ਨਹੀਂ ਹੈ, ਤੁਹਾਡੇ ਮੇਰੇ ਬਣਾਇਆ ਰੱਬ ਜੀ ਦਾ ਵਿਸ਼ਵਾਸ ਬਣਦਾ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ, ਘਾਟ ਨਾ ਜਾਏ। ਕਿਸੇ ਦੇ ਕਹਿਣ ਨਾਲ ਛੋਟਾ ਨਹੀਂ ਹੋ ਜਾਂਦਾ, ਕਿਸੇ ਦੇ ਨਾ ਕਹਿਣ ਨਾਲ ਵੱਡਾ ਨਹੀਂ ਹੋ ਜਾਂਦਾ। ਸਾਧ ਸੰਗਤ ਜੀ, ਅਸੀਂ ਨਿੱਕੇ ਨਿੱਕੇ ਟਿਪਸ ਇਕੱਠੇ ਕਰਨੇ ਨੇ। ਅਹੰਗ ਮੇਰਾ ਹੈ ਕੀ? ਮੇਰਾ ਹਉਮੈ ਹੈ, ਇਹ ਮੇਰਾ ਨਾਂ ਹੈ। ਮੇਰੀ ਹਉਮੈ ਹੈ, ਇਹ ਮੇਰੇ ਨਾਂ ਅੱਗੇ ਮੇਰੀ ਜ਼ਾਤ ਹੈ। ਇਹ ਮੇਰੀ ਹਉਮੈ ਹੈ, ਇਹ ਮੇਰੇ ਇੰਨੇ ਪੁੱਤਰ ਨੇ। ਇਹ ਮੇਰੀ ਹਉਮੈ ਹੈ, ਇਹ ਮੇਰੀਆਂ ਇੰਨੀਆਂ ਜ਼ਮੀਨਾਂ ਜਾਇਦਾਦ ਨੇ। ਇਹ ਮੇਰੀ ਹਉਮੈ ਹੈ, ਅਸੀਂ ਪਿੱਛੋਂ ਕਿੱਥੋਂ ਦੇ ਹੁੰਦੇ ਹਾਂ। ਇਹ ਮੇਰੀ ਹਉਮੈ ਹੈ ਕਿ ਮੇਰੀ ਇੰਨੀ ਚਲਦੀ ਹੈ। ਇਹ ਮੇਰੀ ਹਉਮੈ ਹੈ, ਮੇਰੀ ਇਹ ਪਦ ਪ੍ਰਤਿਸ਼ਠਾ ਹੈ, ਮੇਰੀ ਕੁਰਸੀ ਹੈ। ਇਹ ਮੇਰੀ ਹਉਮੈ ਹੈ, ਮੇਰਾ ਰੂਪ ਵੇਖੋ, ਮੇਰੇ ਅੰਦਰ ਇੰਨਾ ਦਮ ਹੈ। ਇਹ ਮੇਰੀ ਹਉਮੈ ਹੈ, ਮੈਂ ਧੋਪੀ 'ਚ ਵਾਲ ਨਹੀਂ ਚਿੱਟੇ ਕੀਤੇ, ਮੈਨੂੰ ਸਾਰੀ ਅਕਲ ਆ ਗਈ ਹੈ। ਇਹ ਛੋਟੇ 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 ਮਿਲ ਕੇ ਨਾਂ, ਜ਼ਾਤ, ਪ੍ਰਤਿਸ਼ਠਾ, ਡਿਗਰੀ, ਮੈਂ ਹੁਣ ਤੱਕ ਕੀ ਕੀਤਾ ਵੇ, ਮੈਂ ਕੀ ਕਰਨ ਯੋਗ ਹਾਂ, ਇਹ ਸਭ ਅਹੰਗ। ਗੁਰੂ ਪਾਤਸ਼ਾਹ ਇਹ ਤੋਰੋ। ਹੁਣ ਗੱਲ ਤੋਰੋ ਦੇ ਰਾਰੇ ਦੇ ਔਂਕੜ ਤੋਂ ਸ਼ੁਰੂ ਹੋਈ ਕਿ ਗ੍ਰਾਮਰ, ਮੈਨੂੰ ਇਹ ਲੱਗਦਾ ਹੈ ਇਸ ਦੇ ਅਰਥ ਸ਼ਾਇਦ ਇੰਝ ਬਣਨਗੇ, ਅਗਰ ਅਹੰਗ ਕੋ ਤੋੜੋ, ਅਗਰ ਤੋੜੋ, ਜੇਕਰ ਤੋੜੋ ਨਾ ਤਾਂ ਮੁੱਖ ਜੋਰੋ ਬਣਦਾ ਹੈ। ਪਰ ਅਸੀਂ ਕਿਉਂਕਿ ਆਪਣੇ ਕੰਟੈਕਸ ਵਿੱਚ ਰਹਿਣਾ ਹੈ, ਮੁੱਖ ਜੋਰੋ ਕਿਹਦੇ ਨਾਲ ਹੈ? ਰੱਬ ਜੀ ਦੇ ਨਾਲ। ਰੀਜ਼ਨ ਕੀ ਹੈ? ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਠਾਏ।
ਮੁਖ ਜੁੜਦਾ ਨਹੀਂ ਹੈ ਰੱਬ ਜੀ ਦੇ ਨਾਲ। ਦੁਨੀਆ ਰੱਬ ਲੱਭਣ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੀ ਹਉਮੈ ਸਿੱਧੀ ਕਰ ਲੈ, ਤੇਰਾ ਮੁਖ ਜੁੜ ਜਾਏਗਾ। ਇੰਜ ਜੁੜ ਜਾਂਦਾ ਹੈ। ਅਗਰ ਹਉਮੈ ਕੋ ਤੋਰੋ, ਅਗਰ ਮੁਖ ਜੋੜੋ। ਸਾਧ ਸੰਗਤ ਮੁਖ ਅਸੀਂ ਕਿੱਥੇ ਜੋੜਦੇ ਹਾਂ? ਰੱਬ ਨਾਲ ਮੁਖ ਕਿਵੇਂ ਜੋੜਨਾ? ਜੋੜਨ ਦੇ ਕੁਝ ਸਟੈਪਸ ਨੇ। ਕਹੋ ਕਬੀਰ ਇਹ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਕਹੋ ਕਬੀਰ ਇਹ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਸਾਧ ਸੰਗਤ ਬੈਕੁੰਠੇ ਆਏ। ਸਭ ਕਹੈ ਤਹਾਹੀਂ ਜਾਨ ਜਾਨ, ਸਭ ਕਹੈ ਕਹਾਈ ਨਾ ਜਾਨਾ। ਨਾ ਜਾਨਾ बैकुंठ कहाही, बैकुंठ कहाही जान 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 जान। सब कहे तहाई। कबीर साहब कहते हैं मैं जानता नहीं हाँ कि बैकुंठ कित्थे है, पर दुनिया ਨੂੰ ਭੁਲੇਖਾ ਹੈ और दुनिया ਨੂੰ सब कुछ पता है कि बैकुंठ कित्थे है। ना जाना बैकुंठ कहाँ आई, नम्रता की निशानी। जान जान सब कहे तहाई। सारे कहते असी बैकुंठ जाना है और सानू पता है कि कित्थे है बैकुंठ। सब जानते हैं कि जाना है और जाना बैकुंठ में। जाने का ये तरीका, ये कर्मकांड करो, ये पाखंड करो तो ऐसे बैकुंठ स्वर्ग पैराडाइज नू जाईदा है। साध संगत जी जिस दिन सानू ये समझ आएगी ना कि मरण तो बाद बैकुंठ स्वर्ग पैराडाइज हैवन नहीं होंदा, सुर्ग बास न बाछिए डरिए न नरक निवास, होना ऐसो होएगो मन ना कीचे आस। स्वर्ग जान दी इच्छा कोई नहीं, नरक जान दा डर कोई नहीं। क्यों? क्योंकि कवन नरक क्या सुर्ग विचारा संतन दो राधे। हम कहूँ कि कान न कटते अपने गुर प्रसादे, स्वर्ग मर नरक गुरमत मंदी ही नहीं। जदों गुरमत मंदी ही नहीं तो असी गुरु ग्रंथ साहिब की हजूरी विच इत्थे खड़े होके नहीं कहांगे फलाना स्वर्गवासी, कदे नहीं कहांगे फलाना विछड़ गया। इन्हों अपने चरनां विच, अपने सचखंड विच निवास बख्शना। क्यों कहते क्यों आ? क्योंकि असी मन मत करते हाँ। कहते क्यों आ? क्योंकि असी घर वालियां और प्रबंधकां नूं खुश करना है। लेकिन जदों असी गुरु ग्रंथ साहिब की बाणी पढ़ के समझ जाओगे कि मरण तो बाद स्वर्ग नरक नहीं होता, तो फिर कबीर साहब जवाब देंदे ने कि वह बैकुंठ कित्थे है जिथों असी पंक्ति पढ़ी। कहो कबीर एक कही है काए, साध संगत बैकुंठे आए। सच दी संगत करो ना उन्होंने बैकुंठ कहते ने। और सच दी संगत विच कौन रहिंदा है? सच दी संगत नूं कहते ने विच संगत हर प्रभ वसै जियो। ਇਹਦਾ मतलब ਜਦੋਂ सच ਦੀ संगत करते हैं ना, इस संगत इस कंपनी दे दौरान रब सानू महसूस होंदा है। गुरबाणी दा लॉजिक, डेफिनेशंस अंडरस्टूड बाय गुरमत, डेफिनेशन थियोरटिकल नहीं, डेफिनेशंस प्रैक्टिकल लिविंग दी जीवन जाच दे सिद्धांत। सच दी संगत करया कर, क्योंकि सच दी संगत जो तू करदा उहदे विच रब वसदा हुंदा है। साथ संगत जिस संगत विच रब वसदा होवे उस संगत विच पता की हुंदा है, चिंता फिक्र नहीं होंदी। उस संगत विच सिर दर्द नहीं होंदा, उस संगत विच असीं बोर नहीं होंदे, उस संगत विच कोई बीमारी नहीं होंदी। हुण मैं शराबीए दी संगत कीती,
ਮੈਨੂੰ ਡਰ ਲੱਗ ਰਿਹਾ ਮੇਰੀ ਪਤਨੀ ਨਾ ਪਕੜ ਲਵੇ, ਮੇਰੀ ਮਾਂ ਨਾ ਕੁਝ ਕਵੇ, ਮੇਰਾ ਪਿਓ ਕੁਝ ਨਾ ਕਵੇ, ਹਾਏ ਮੈਨੂੰ ਡਰਾਈਵਿੰਗ ਕਰਦਿਆਂ ਪੁਲਿਸ ਵਾਲੇ ਨਾ ਪਕੜ ਲੈਣ। ਮੈਨੂੰ ਸ਼ਰਾਬ ਪੀਤੀ, ਲੋ ਜੀ ਮੈਨੂੰ ਬਿਮਾਰੀ ਵੀ ਲੱਗੀ, ਮੇਰਾ ਲੀਵਰ ਵੀ ਖਰਾਬ ਹੋ ਗਿਆ। ਕੁਸੰਗਤ ਕੀਤੀ, ਰੱਬ ਐਬਸੈਂਟ। ਸੰਗਤ ਕੀਤੀ, ਰੱਬ ਪ੍ਰੈਜ਼ੈਂਟ। ਰੱਬ ਪ੍ਰੈਜ਼ੈਂਟ ਮੀਨਸ ਖੇੜਾ, ਖੁਸ਼ੀ, ਚਿੰਤਾ ਰਹਿਤ, ਚੜ੍ਹਦੀ ਕਲਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਸਾਧ ਸੰਗਤ ਜੀ, ਹੁਣ ਜਦੋਂ ਮੈਂ ਇਹ ਵਿਚਾਰ ਕਰ ਰਿਹਾ, ਸਟੇਜ ਤੇ ਵਿਚਾਰ ਕਰਦਿਆਂ ਮੈਨੂੰ ਇਹ ਸਮਝ ਆ ਰਿਹਾ ਹੈ ਕਿ ਜੇ ਮੁੱਖ ਜੋੜੋ ਨਾ, ਜੇ ਸੱਚ ਦੀ ਸੰਗਤ ਨਾਲ ਮੁੱਖ ਜੋੜੋ, ਭਾਵ ਰੱਬ ਜੀ ਨਾਲ ਮੁੱਖ ਜੋੜੋ, ਤਾਂ ਗੁਰਮਤਿ 'ਚ ਇਹਨੂੰ ਸੰਜੋਗ ਕਹਿੰਦੇ। ਅਵਗੁਣਾਂ ਨੂੰ ਛੋੜੋ, ਇਹਨੂੰ ਵਿਜੋਗ ਕਹਿੰਦੇ। ਜਿਸ ਦਿਨ ਇਹ ਗੱਲ ਸਮਝ ਆ ਜਾਏਗੀ, ਸਾਨੂੰ ਕਿੱਥੋਂ ਸਮਝ ਆਈ, ਮੇਰੀ ਅਕਲ ਨਹੀਂ ਹੈ ਸਾਧ ਸੰਗਤ ਜੀ, ਇਟਸ ਨਾਟ ਮਾਈ ਇੰਟਰਪ੍ਰੀਟੇਸ਼ਨ। ਅਸੀਂ ਮਾਂ ਸੈਮੀਨਾਰ ਕੀਤਾ ਸੀ, ਅਸੀਂ ਮਾਂ ਸੈਮੀਨਾਰ ਦੇ ਵਿਚਕਾਰ ਸ਼ਬਦ ਪੜ੍ਹਿਆ ਸੀ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਕ। ਤਾਂ ਉਹਦੇ ਵਿੱਚ ਅਸੀਂ ਜਦੋਂ ਉਸ ਸ਼ਬਦ ਨੂੰ ਪੜ੍ਹ ਰਹੇ ਸੀ ਤਾਂ ਪੜ੍ਹਦੇ ਪੜ੍ਹਦੇ ਪਤਾ ਲੱਗਿਆ ਕਿ ਮਤ, ਚੰਗੀ ਮਤ ਰੂਪੀ ਮਾਤਾ ਹੁੰਦੀ ਹੈ, ਸੰਤੋਖ ਰੂਪੀ ਪਿਤਾ ਹੁੰਦਾ ਹੈ, ਚੰਗੇ ਗੁਣਾਂ ਦੇ ਬੱਚੇ ਹੁੰਦੇ ਨੇ, ਬਾਹਰਲੀ ਨਹੀਂ ਗੱਲ ਚੱਲ ਰਹੀ। ਤਾਂ ਅਸੀਂ ਮਾਂ ਸੈਮੀਨਾਰ ਦੇ ਵਿਚਕਾਰ ਇਹ ਸਮਝਦੇ ਸਮਝਦੇ ਅੱਗੇ ਜਦੋਂ ਟੁਰੇ ਤਾਂ ਉਹਦੇ ਵਿੱਚ ਆਇਆ, ਕਹਿਣਾ ਹੈ ਕਿ ਕਈ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ, ਸ਼ਰਮ ਸੁਰਤ ਦੋਏ ਸਸੁਰ ਪਏ ਹੈ, ਮੇਰੇ ਸੱਸ ਸੋਹਰਾ ਬਣੇ। ਕੌਣ? ਸ਼ਰਮ, ਮਿਹਨਤ ਅਤੇ ਸੁਰਤ, ਹਮੇਸ਼ਾ ਸੁਰਤ ਕਰਕੇ ਜਾਗਦੇ ਰਹਿਣਾ। ਕਰਨੀ ਕਾਮਣ ਕਰ ਮੰਨ ਲੈ, ਮੇਰੀ ਪਤਨੀ ਬਣੀ। ਕਰਨੀ ਮੀਨਸ ਚੰਗੇ ਪ੍ਰੈਕਟੀਕਲ ਜੀਵਨ ਦੀ ਅਮਲੀ ਤੌਰ 'ਤੇ ਲਿਵਿੰਗ, ਉਹਨੂੰ ਕਰਨੀ ਕਹਿੰਦੇ ਨੇ। ਉਹ ਮੇਰੀ ਵਾਈਫ ਹੈ। ਫਿਜ਼ੀਕਲ ਪਤਨੀ ਦੇ ਗੱਲ ਨਹੀਂ ਚੱਲ ਰਹੀ। ਅੱਗੇ ਕਹਿੰਦੇ ਨੇ ਸਾਹਾ ਸੰਜੋਗ ਵਿਆਹਾ ਵਿਜੋਗ। ਸਾਹਾ ਨਿਕਲ ਆਂਦਾ ਉਸ ਦਿਨ, ਮੀਨਸ ਰੱਬੀ ਮਿਲਨ ਦਾ ਸੰਜੋਗ ਹੋ ਜਾਂਦਾ ਹੈ ਜਦੋਂ ਅਸੀਂ ਸੱਚ ਦੀ ਸੰਗਤ ਕਰਦੇ ਹਾਂ। ਵਿਆਹਾ ਵਿਜੋਗ, ਸਾਡਾ ਰੱਬ ਜੀ ਨਾਲ ਵਿਆਹ ਹੋ ਜਾਂਦਾ ਸੱਚ ਦੀ ਸੰਗਤ ਕਰਕੇ। ਜਦੋਂ ਵਿਜੋਗ ਕਰਦੇ ਹਾਂ ਕਿਹਦੇ ਨਾਲ? ਅਵਗੁਣਾਂ ਨਾਲ, ਮੰਦੀਆਂ ਆਦਤਾਂ ਨਾਲੋਂ ਛੁੱਟਦੇ ਹਾਂ। ਇਹਨੂੰ ਸਾਹਾ ਸੰਜੋਗ ਵਿਆਹਾ ਵਿਜੋਗ ਕਹਿੰਦੇ ਹਨ। ਸੱਚ ਸੰਤਤ ਕੋ ਨਾਨਕ ਜੋਗ। ਇਹਦੇ ਚੋਂ ਚੰਗੇ ਚੰਗੇ ਗੁਣਾ ਰੂਪੀ ਸੰਤਾਨ ਪੈਦਾ ਹੁੰਦੀ ਹੈ। ਹੁਣ ਜਦੋਂ ਇਹ ਪਤਾ ਲੱਗ ਗਿਆ ਨਾ ਸਾਧ ਸੰਗਤ ਜੀ, ਜਿਤਨਾ ਅਸੀਂ ਗੁਰਬਾਣੀ ਦੀ ਬੋਲੀ ਦੇ ਮੁਤਾਬਕ ਆਪਣੀ ਰੋਜ਼ਮर्रा ਦੇ ਜੀਵਨ ਵਿੱਚ ਗੱਲਾਂ ਕਰਿਆ ਕਰਾਂਗੇ, ਉਤਨਾ ਸਾਨੂੰ ਗੁਰਬਾਣੀ ਦ੍ਰਿੜ ਹੋਏਗੀ। ਜਿਸ ਦਿਨ ਇਹ ਸੰਜੋਗ ਔਰ ਵਿਜੋਗ ਦਾ ਇਹ ਟੌਪਿਕ ਸਮਝ ਆ ਜਾਏਗਾ, ਜਪਜੀ ਵਿੱਚ ਅਸੀਂ ਇਸ ਨੂੰ ਸਮਝ ਚੁੱਕੇ ਹੋਏ ਹਾਂ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲਿਖਿਆ ਹੋਇਆ ਭਾਗ ਕੀ ਹੁੰਦਾ ਹੈ, ਉਹਦੀ ਤੁਹਾਡੀ ਬਾਹਰ ਪੈਨ ਡਰਾਈਵ ਔਰ CD ਮਿਲੇਗੀ ਜਾਂ ਪੁਸਤਕ ਮਿਲੇਗੀ, ਸਚਿਆਰਾ ਕਿਵੇਂ ਬਣੀ ਹੈ। ਇਸ ਤਰ੍ਹਾਂ ਜਦੋਂ ਦ੍ਰਿੜ ਹੋ ਜਾਂਦਾ ਨਾ ਕਿ ਸੰਜੋਗ ਵਿਜੋਗ ਕਿਹਨੂੰ ਕਹਿੰਦੇ ਨੇ, ਉਸ ਤੋਂ ਬਾਅਦ ਅਸੀਂ ਕਹਿਣਾ ਛੱਡ ਦਿੰਦੇ ਹਾਂ ਕਿ ਇਹ ਸੰਜੋਗ ਲਿਖਿਆ ਹੋਇਆ ਸੀ ਫਲਾਣੇ ਦੇ ਨਾਲ ਵਿਆਹ ਹੋ ਗਿਆ ਹੈ ਜੀ, ਇਹ ਸੰਜੋਗ ਲਿਖਿਆ ਹੋਇਆ ਸੀ ਫਲਾਣੇ ਨਾਲ ਵਿਆਹ ਹੋ ਗਿਆ, ਅਤੇ ਵਿਜੋਗ ਲਿਖਿਆ ਸੀ ਫਲਾਣੇ ਨਾਲ ਤਲਾਕ ਹੋ ਗਿਆ। ਇਹ ਬਾਹਰਲੇ ਸੰਜੋਗ ਵਿਜੋਗ ਦੀਆਂ ਗੱਲਾਂ ਨਹੀਂ ਚੱਲ ਰਹੀਆਂ। ਗੁਰਮਤਿ 'ਚ ਸੰਜੋਗ ਵਿਜੋਗ ਕੌਨਸੈਪਟ ਹੈ। ਸੰਜੋਗ ਮੀਨਸ ਸੱਚ ਦੀ ਸੰਗਤ 'ਚ ਜਾਣ ਦਾ ਉਦਮ ਕਰਿਆ ਕਰ। ਇਹ ਸੰਜੋਗ ਹੈ, ਉੱਥੇ ਤੇਰਾ ਰੱਬ ਜੀ ਦੇ ਨਾਲ ਮਿਲਾਪ ਹੋ ਜਾਏਗਾ, ਕਿਉਂਕਿ ਰੱਬ ਜੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਨੂੰ ਬੈਕੁੰਠ ਕਹਿੰਦੇ ਨੇ। ਦੁਨੀਆ ਸ਼ੁਰੂ ਤੋਂ ਮੰਨਦੀ ਆਈ ਹੈ ਕਿ ਬੈਕੁੰਠ ਮੇਂ ਭਗਵਾਨ ਜੀ ਹੋਤੇ हैं, ਲੇਕਿਨ ਦੁਨੀਆ ਮਰਨ ਤੋਂ ਬਾਅਦ ਮੰਨਦੀ ਸੀ। ਗੁਰੂ ਪਾਤਸ਼ਾਹ ਜੀ ਨੇ ਜੀਂਦੇ ਜੀ ਸੰਜੋਗ ਕਰਾ ਕੇ ਵਿਜੋਗ ਅਵਗੁਣਾ ਤੋਂ ਕਰਨਾ। ਸੋ ਇਹ ਸ਼ਬਦ ਦੱਸ ਰਿਹਾ ਹੈ ਹੰਕਾਰ ਤੋਂ ਵਿਜੋਗ ਕਿਵੇਂ ਕਰੀਏ। ਅਹੰ ਤੋਰੋ ਮੁਖ ਜੋਰੋ, ਗੁਰ ਗੁਰ ਕਰਤ ਮਨ ਲੋਰੋ। ਲੋਰੋ ਦਾ ਮਤਲਬ ਹੁੰਦਾ ਫਰੋਲੋ, ਆਪਣਾ ਪੜਚੋਲੋ, ਆਪਣੀ ਖੋਜ ਕਰੋ। ਬੰਦੇ ਖੋਜ ਦਿਲ ਹਰ ਰੋਜ਼, ਅਦਰਵਾइज ਕੀ ਹੋਏਗਾ ਨਾ, ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ। ਅੱਜ ਦਾ ਨੌਜਵਾਨ ਜਾਂ ਅੱਜ ਦਾ ਕੋਈ ਵੀ ਵੱਡਾ ਇਨਸਾਨ ਉਹ ਆਪਣੀ ਪੜਚੋਲ ਨਹੀਂ ਕਰ ਰਿਹਾ, ਬੰਦੇ ਖੋਜ ਦਿਲਾ ਰੋਜ਼ ਨਹੀਂ ਕਰ ਰਿਹਾ,
ਤਾਂ ਉਹਨੂੰ ਪਰੇਸ਼ਾਨੀ ਸਤਾ ਰਹੀ ਹੈ ਕਿ ਨਹੀਂ ਸਤਾ ਰਹੀ, ਉਹ ਰਿਕਗਨਾਈਜ਼ ਨਹੀਂ ਕਰ ਰਿਹਾ ਕਿ ਮੇਰੀ ਮੰਜੀ ਥੱਲੇ ਸੱਪ ਹੈ, ਉਹ ਰਿਕਗਨਾਈਜ਼ ਨਹੀਂ ਕਰ ਰਿਹਾ। ਲੇਟਰੋਂ ਨਾ ਫਿਰ ਪਰੇਸ਼ਾਨੀ ਮਾਏ ਵਾਂਗੂ ਗੁਰਮਤਿ ਦਾ ਪੱਕਾ ਸਿਧਾਂਤ ਕਿ ਉਹਨੂੰ ਪਰੇਸ਼ਾਨੀ ਹੋਏਗੀ, ਉਹਦੀ ਨੀਂਦਰ ਦਾ ਸਾਈਕਲ ਖਰਾਬ ਹੋ ਜਾਏਗਾ ਕਿਉਂਕਿ ਉਹ ਦੇਰ ਰਾਤ ਜਾਗਦਾ ਰਹਿੰਦਾ ਹੈ। ਉਹਦੀ ਨੀਂਦਰ ਦਾ ਸਾਈਕਲ ਖਰਾਬ ਹੋ ਜਾਏਗਾ ਕਿਉਂਕਿ ਦੁਪਹਿਰੀ 12-1 ਵਜੇ ਉੱਠੇਗਾ। ਉਹਦਾ ਬ੍ਰੇਕਫਾਸਟ ਲੰਚ ਡਿਨਰ ਦਾ ਸਾਰੀ ਟਾਈਮਿੰਗ ਗੜਬੜ ਹੋ ਜਾਏਗੀ, ਉਹਦੀ ਸਿਹਤ ਖਰਾਬ ਹੋ ਜਾਏਗੀ, ਉਹਦੀ ਸਾਰੀ ਸਰੀਰਕ ਬਣਤਰ ਅਤੇ ਸੋਚਾ ਸ਼ਕਤੀ ਖਰਾਬ ਹੁੰਦੀ ਜਾਏਗੀ। ਆਸਤਾ ਆਸਤਾ ਸਾਧ ਸੰਗਤ ਜੀ ਉਹ ਇਨਸਾਨ ਤੇ ਦੇਖਣ ਨੂੰ ਲੱਗੇਗਾ ਪਰ ਉਹ ਉੱਲੂ ਬਣ ਜਾਏਗਾ, ਕਿਉਂਕਿ ਸੁਣਿਆ ਹੈ ਉੱਲੂ ਰਾਤੀ ਜਾਗਦੇ ਹਨ ਤੇ ਦਿਨੇ ਸੌਂਦੇ ਹਨ। ਮਨੁੱਖ ਨਹੀਂ ਰਹੇਗਾ, ਉਹ ਸਰੀਰਕ ਤੌਰ ਤੇ ਉਹ ਉੱਲੂ ਬਣ ਜਾਏਗਾ। ਇਹਨੂੰ ਕਹਿੰਦੇ ਨੇ ਬੰਦੇ ਖੋਜ ਦਿਲਾ ਰੋਜ਼ ਨਾ ਫਿਰ ਪਰੇਸ਼ਾਨੀ ਮੈਂ। ਇਸ ਮਨ ਕੋ ਕੋਈ ਖੋਜੋ ਭਾਈ, ਆਪਣੇ ਮਨ ਨੂੰ ਖੋਜਣਾ। ਗੁਰ ਗੁਰ ਕਰਤ ਮਨ ਲੋਰੋ। ਅੱਛਾ, ਮੈਂ ਤੇ ਗੁਰ ਗੁਰ ਕਰਦਾ ਸੀ ਕਿ ਪੁੱਤਰ ਮਿਲ ਜਾਏ, ਮੈਂ ਤੇ ਗੁਰ ਗੁਰ ਕਰਦਾ ਸੀ ਕਿ ਮਕਾਨ ਮਿਲ ਜਾਏ, ਲੋਨ ਮਿਲ ਜਾਏ, ਮੈਂ ਗੁਰ ਗੁਰ ਕਰਦਾ ਸੀ ਮੈਂ ਇਲੈਕਸ਼ਨ ਜਿੱਤ ਜਾਵਾਂ, ਮੈਂ ਗੁਰ ਗੁਰ ਕਰਦਾ ਸੀ ਮੈਨੂੰ ਫਲਾਣੀ ਕਾਮਯਾਬੀ ਮਿਲ ਜਾਏ। ਦੁਨਿਆਵੀ ਸਕਸੈਸ ਵਾਸਤੇ ਮੈਂ ਗੁਰ ਗੁਰ ਕਰਦਾ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਗੁਰ ਗੁਰ ਕਰਨਾ ਮੀਨਸ ਗੁਰੂ ਦੀ ਵਾਵਾ ਕਰਨੀ ਹੈ ਕਿ ਤੁਸੀਂ ਮੈਨੂੰ ਸੁਮਤ ਬਖਸ਼ ਦਿਓ ਕਿ ਮੈਂ ਆਪਣੀ ਗੇਰੇਵਾਨ ਵਿੱਚ ਝਾਂਕ ਸਕਾਂ, ਮੈਂ ਆਪਣਾ ਐਨਾਲਿਸਿਸ ਕਰ ਸਕਾਂ, ਮੈਂ ਆਪਣੀ ਪੜਚੋਲ ਕਰ ਸਕਾਂ। ਤੁਸੀਂ ਮੈਨੂੰ ਇਤਨੀ ਕਰੇਜ ਦਿੰਦੇ ਹੋ, ਇਤਨੀ ਅਕਲ ਦਿੰਦੇ ਹੋ ਸਾਧ ਸੰਗਤ ਜੀ, ਬੜੀ ਭਾਰੀ ਏ ਸੂਰਮਗਤ ਤਈ ਹੈ, ਸੂਰਮੇ ਵਾਲੀ ਇਹ ਮਰਦਾਨਗੀ ਹੈ ਕਿ ਦੂਜਿਆਂ ਦੇ ਅਵਗੁਣਾਂ ਤੋਂ ਅੱਖ ਮੋੜਨੀ ਔਰ ਆਪਣੇ ਵੱਲ ਕੱਢ ਲੈਣੀ ਔਰ ਆਪਣੇ ਅਵਗੁਣਾਂ ਵੱਲ ਝਾਤੀ ਮਾਰਨੀ। ਆਪਣੇ ਅਵਗੁਣਾਂ ਵੱਲ ਝਾਤੀ ਮਾਰਨ ਦੀ ਆਦਤ ਬਹੁਤ ਵੱਡੀ ਮਰਦਾਨਗੀ ਹੈ। ਜਿਹੜੇ ਲੋਕੀ ਧਰਮ ਦੇ ਨਾਂ 'ਤੇ ਕਰਮ ਕਾਂਡ ਔਰ ਪਾਖੰਡ ਕਰਦੇ ਨੇ, ਉਹਨਾਂ ਦਾ ਧਿਆਨ ਆਪਣੇ ਤੋਂ ਹਟ ਜਾਂਦਾ, ਦੂਜਿਆਂ ਵੱਲ ਪੈ ਜਾਂਦਾ। ਅਹੰਗ ਤੋਰੋ ਮੁਖ ਜੋਰੋ, ਗੁਰ ਗੁਰ ਕਰਤ ਮਨ ਲੋਰੋ, ਪ੍ਰੀਤ ਪਿਆਰੋ ਮੋਰੋ ਰਹਾਓ। ਪ੍ਰੀਤ ਦੇ ਤੱਤੇ ਨੂੰ ਸਿਆਰੀ ਹੈ। ਇਸ ਤਰ੍ਹਾਂ ਰੱਬ ਨਾਲ ਪ੍ਰੀਤ ਬਣਦੀ ਹੈ ਆਪਣੇ ਪਿਆਰੇ ਦੇ ਨਾਲ। ਤੇ ਸਾਧ ਸੰਗਤ ਜੀ ਸਾਡਾ ਪਿਆਰਾ ਕੌਣ ਹੈ? ਸਾਰੀ ਦੁਨੀਆ ਕਹੇਗੀ ਰੱਬ ਜੀ, ਲੇਕਿਨ ਗੁਰਮਤਿ ਇੱਥੇ ਰੁਕਦੀ ਨਹੀਂ ਹੈ। ਸਿਰਫ ਰੱਬ ਜੀ ਨੂੰ ਪਿਆਰਾ ਕਹਿਣ ਨਾਲ ਗੱਲ ਨਹੀਂ ਬਣਦੀ। ਗੁਰਮਤਿ ਕਹਿੰਦੀ ਹੈ ਇਹ ਮਨ ਜੈਸਾ ਸੇਵੇਂ ਤੈਸੋ ਹੋਏ। ਤੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਤੇਰਾ ਮਨ। ਇਸ ਮਨ ਨੂੰ ਸੱਜਣ ਬਣਾ, ਇਸ ਮਨ ਨੂੰ ਪਿਆਰਾ ਬਣਾ ਤਾਂ ਕਿ ਇਹ ਤੇਰਾ ਭਲਾ ਸੋਚ ਸਕੇ। ਇਹਨੂੰ ਕਹਿ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਪ੍ਰੇਮ ਸੰਦੇਸ਼ ਰਾ, ਪ੍ਰੇਮ ਸੰਦੇਸ਼ ਰਾ, ਪ੍ਰੇਮ ਸੰਦੇਸ਼ ਰਾ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ। ਅੱਖੀ ਤਾਰ ਲਗਨ, ਅੱਖੀ ਤਾਰ ਲਗਨ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ, ਸੁਣ ਸਾਜਨ ਪ੍ਰੇਮ ਸੰਦੇਸ਼ ਰਾ। ਗੁਰ ਤੁਠੈ ਸੱਜਣ ਮੇਲਿਆ, ਗੁਰ ਤੁਠੈ ਜਨ ਨਾਨਕ ਸੁਖ ਸਵੰਨ, ਜਨ ਨਾਨਕ ਸੁਖ ਸਵੰਨ। ਅੱਖੀ ਤਾਰ ਲਗਨ, ਅੱਖੀ
तार लगन सुन साजन प्रेम संदेशरा सुन साजन प्रेम संदेशरा। ओ मेरे साजन, ओ मेरे सज्जन, ओ मेरे मन, प्रेम ਨਾਲ ਸੁਨਿਆ ਅੰਦਰ ਰੱਬ ਜੀ ਰਹਿੰਦੇ ਨੇ, ਉਹ ਦੇ ਰਹੇ ਨੇ, ਤੂੰ ਸੁਣ। ਜਦੋਂ ਉਹ ਸੁਣ ਲੈਂਦਾ ਤਾਂ ਉਹਦੇ ਨਾਲ ਮਿਲਨ ਕਿਹਦਾ ਹੋ ਜਾਂਦਾ? ਮੱਤ ਦਾ। ਸਾਸੰਗ ਜਿੱਥੇ ਵੀ ਫੈਮਿਨਿਨ ਜੈਂਡਰ ਵਿੱਚ ਸ਼ਬਦ ਆਏ ਨੇ ਨਾ, ਉੱਥੇ ਲਿਖਿਆ ਜੀਵ ਰੂਪੀ ਇਸਤਰੀ। ਮੈਨੂੰ ਇਹ ਸਮਝ ਆਉਂਦਾ ਉਹ ਕਹਿ ਰਹੇ ਨੇ ਮੱਤ, ਤੇਰੀ ਮੱਤ ਉਸ ਸੱਜਣ ਸ਼ੋ ਪ੍ਰੀਤਮ ਵਾਹਿਗੁਰੂ ਦੇ ਨਾਲ ਮਿਲ ਜਾਏਗੀ, ਕਿਉਂਕਿ ਉੱਥੇ ਮਨ ਮਰਜ ਹੋ ਗਿਆ। ਮਨ ਜਦੋਂ ਮਰਜ ਹੋ ਗਿਆ ਤੇ ਮਨ ਸ਼ੋ ਬਣ ਜਾਂਦਾ, ਮਨ ਸਾਹਿਬ ਬਣ ਜਾਂਦਾ, ਮਨ ਸਾਈਂ ਬਣ ਜਾਂਦਾ, ਮਨ ਪ੍ਰੀਤਮ ਬਣ ਜਾਂਦਾ। ਕਿਹੜਾ? ਰੱਬ ਜੀ ਵਾਲਾ। ਕੌਣ? ਜਿਹੜਾ ਰੱਬ ਜੀ ਨਾਲ ਇੱਕ ਮਿਕ ਹੋ ਗਿਆ। ਰੱਬ ਜੀ ਨਾਲ ਇੱਕ ਮਿਕ ਕਿਵੇਂ ਹੁੰਦਾ ਹੈ? ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਮਨ ਇੱਥੇ ਮਰਜ ਹੋ ਜਾਂਦਾ ਹੈ। ਤੂੰ ਤੂੰ ਕਰਤਾ ਤੂੰ ਹੁਆ, ਤੂੰ ਤੂੰ ਕਰਤਾ ਤੂੰ मुझ में रहा न हूँ, मुझ में रहा न हूँ। जब आपा पर का मिट गया, जब आपा पर का मिट गया, जत देखा तत तू, जत देखा तत तू। की होया? मन ने तू तू कहना शुरू कर दिता। मैं नहीं हाँ, मैं दा ही शोर सी, मैं दा ही सारा रोला रप्पा है, मैनू ही तोड़ना है, मैनू ही हंकार करना है। ਤਾਂ ਨਾ ਜਦੋਂ ਮੈਂ ਸ਼ਬਦ ਵਿਚਾਰ ਰਿਹਾ ਸੀ ਤਾਂ ਵਿਚਾਰਨ ਵੇਲੇ ਮੈਨੂੰ ਇਸ ਤਰ੍ਹਾਂ ਖਿਆਲ ਆਉਣਾ ਸ਼ੁਰੂ ਹੋਇਆ। ਮੈਂ ਆਪਣੇ ਅੰਦਰ ਝਾਤੀ ਮਾਰੀ, ਮੈਂ ਕਿਸੇ ਵੱਲ ਝਾਤੀ ਨਹੀਂ ਮਾਰੀ, ਮੈਂ ਆਪਣੇ ਅੰਦਰ ਝਾਤੀ ਮਾਰੀ। ਮਨ ਦਾ ਹੰਕਾਰ ਦਾ ਸ਼ੋਰ ਹੈ ਕਿ ਜਿਹੜਾ ਸ਼ੋਰ ਕਹਿੰਦਾ ਮੈਂ 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 ਮੈਂ, ਮੇਰੇ ਬਿਨਾਂ ਨਹੀਂ ਕੁਛ ਹੋ ਸਕਦਾ, ਉਹ ਸ਼ੋਰ ਹੈ ਕੀ? ਵਰਸਿਸ ਜੇ ਮੈਂ ਦੇ ਬਦਲੇ ਤੂੰ ਕਰਨਾ ਸ਼ੁਰੂ ਕਰ ਦੇ, ਤੂੰ ਕਰਤਾ ਸਚਿਆਰ ਮੰਡਾ ਸਾਈਂ, ਤੂੰ ਰੱਬ ਜੀ ਨੂੰ ਬਣਾ ਦਈਏ। ਮਨ ਆਪਣੀ ਆਕੜ ਨਾ ਦਿਖਾਏ, ਦੁੱਖ ਦਾਰੂ ਸੁਖ ਰੋਗ ਪੇ ਜਾ ਸੁਖਤਾ ਮਈ, ਤੂੰ ਕਰਤਾ ਕਰਨਾ ਮੈਂ ਨਾਈ। ਅਸੀਂ ਮੈਂ ਕਿਵੇਂ ਕਰਦੇ ਹਾਂ? ਬਹੁਤ ਸਿੰਪਲ। ਮੈਂ ਦਾ ਸ਼ੋਰ ਸਾਡੇ ਅੰਦਰ ਕੀ ਹੈ? ਚੁੱਪ ਰਹਿਣ ਨਾਲ ਸ਼ੋਰ ਨਹੀਂ ਮੁੱਕਦਾ। ਬੜੀ ਦੁਨੀਆ ਬੜੇ ਹਜ਼ਾਰਾਂ ਸਾਲਾਂ ਤੋਂ ਕਰ ਰਹੀ ਹੈ ਔਰ ਡੇ ਬਾਈ ਡੇ ਦਾ ਪ੍ਰੋਪੇਗੰਡਾ ਬੜਾ ਹੋ ਰਿਹਾ। ਮੈਡੀਟੇਸ਼ਨ ਕਰੋ। ਸਾਧ ਸੰਗਤ ਮੈਡੀटेशन कैसे करो पूछते हैं, कहते चौकड़ा मारो, आंखें बंद करो, बिंदु पे ध्यान लगाओ, फलाने लफ्ज़ का रटन करो, फलानी जगह चले जाओ, गुफा में चले जाओ, एक टांग पे खड़े हो जाओ। मैडिटेशन दे भी अनेका ढंग ने, बत्तियां बुझा दो, बोलो कुछ ना, मौन वार धारण कर लो, बड़े तरीके दे ना मैडिटेशन चली हुई है। गुरु पातशाह कहते ने चुप है चुप ना हो, चुप रहने नाल चुप नहीं होती। जे लाए रहा लिवतार, जे तू लगातार चुप रहे है मेरे मन, इस तरह चुप नहीं होती। इंज ही कहते ने जोर ना राज माल मन शोर। मन शोर पांदा रहता है। मन केड़ा शोर पांदा रहता? हौमे दा, ईगो दा। तो मनु ना कुछ पॉइंट सुझे। मेरा मन शोर पांदा मैं सच्चा बाकी झूठे ने। हुण मैं शुरू होएगी, मैं सच्चा होर झूठे, मेरे नाल धक्का कीता जांदा है। मैं सब दे नाल भला कीता, मेरे नाल धक्का होया है। मैनू बुलाया नहीं, फलाने दे घर प्रोग्राम सी, सानू बुलाया ही नहीं ना। जे पहला दस देंदे अज सवेरे बुलाया, लै बंदे दे पहला प्रोग्राम नहीं बने होंदे ना, अज बुलाया इत्थे जिवें असीं इत्थे विहले बैठे होए आ। इस तरह असीं घरां विच करदे हां। यही ओमे, यही ईगो, यही मैं, यही हंकार। मैनू बुलाया नहीं,
मेरे बिना देखना सूरज नहीं चढ़ेगा कल। तुसी मेरे नाल इंज कीता है ना, सूरज नहीं चढ़ेगा। मेरे बिना भुखे मरोगे। मैं कमा के लियांदा तो खांदे हो, मैं इंज करदा ते इंज करदे हो। मैं करदा हाँ तां होया, मेरे करन नाल होया, तां ही कीता गया वे, तां ही होया वे। किन्ना भुलेखा। कईयों ने भुलेखा हो जाता, मैं गुरु जी नूं बचाया है, मैं कौम नूं बचाया है, मेरे बिना कौम डुब जाएगी। बड़े लोग ये लफज वरत रहे होंदे ने। साध संगत जी, कौम पता है किहड़ी गल ते खड़ी है? कौम खड़ी है शब्द गुरु दे कीमती वडमुल्ले सिद्धांत ते। कौम खड़ी है जिहड़ा असी थां थां ते दुनिया विच मशहूर हो गए हाँ कि असी सच दी सेवा करते हाँ। जिहड़ा असी सिख जगत तुसी देख रहे हो किस तरह एंबूलेंस लाते हाँ, किस तरह 90% गुरुद्वारिਆਂ ਦੇ ਨਾਲ ਸਾਡੀ ਡਿਸਪੈਂਸਰੀ ਚੱਲਦੀ ਹੈ, ਕਿਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ, ਕਿਤਨੇ ਵੱਡੇ ਵੱਡੇ ਗੁਰਦੁਆਰਾ ਕਮੇਟੀਆਂ ਕੰਮ ਕਰ ਰਹੀਆਂ ਨੇ। ਕਿਸ ਤਰ੍ਹਾਂ ਅਸੀਂ ਜਦੋਂ ਹੜ੍ਹ ਆਉਂਦਾ ਹੈ ਔਰ ਭੁਚਾਲ ਆਉਂਦਾ ਲੰਗਰ ਪਹੁੰਚਾਉਂਦੇ ਹਾਂ। ਇਹ ਸਾਰੀਆਂ ਗੱਲਾਂ ਦੇ ਕਾਰਨ ਕੌਮ ਖੜੀ ਹੈ ਤੁਹਾਡੇ ਮੇਰੇ। ਦੁਨੀਆ ਨੂੰ ਸਮਝਾ ਕੇ ਔਰ ਵਾਹ ਵਾਹ ਕਰਕੇ ਤੇ ਨਹੀਂ ਖੜੀ। एक कीमती वडमुल्ले सिद्धांत गुरु साहब दे गए ने, विच दुनिया सेव कमाई है तो दरगाह बैसन पाई है, कौन नानक बांह लुटाइए। आज पूरी दुनिया सिख जगत नूं देख रही है। काश असी अपने जितने परसेंट काम करते हैं कीमती, उन्हां कम्मां विच असी वध तो वध काम करिए, असी इधर उधर फालतू खर्चे ना करिए। परसों एक जगह संस्कार ते गल चल रही सी, छोटे तो छोटे गुरुद्वारिਆਂ ਦੇ अंदर भी एक एक कीर्तन दरबार किया जाता, 2-2 4-4 5-5 लाख रुपए खर्च किए जाते हैं। उन्होंने विचकारों बड़ा सारी माया बचाई जा सकती है, लोड़वंदा वास्ते खर्ची जा सकती है, विधवावां वास्ते खर्ची जा सकती है, जिन्हां दी जॉब नहीं उन्हां वास्ते खर्ची जा सकती है। असी कर सकते हैं। गुरुद्वारा कमेटियां मिल के गौरमेंट कोलों जिहड़े मिनोरिटीज़ वाले ने उन्हां कोलों कम से कम 150 करोड़ रुपया पिया है कि मिनोरिटी वाले वरतो। असी आस पास ध्यान करिए, किहड़ा बच्चा लोड़वंद है, किहड़ा पढ़ना चाहता है, गौरमेंट कोलों पैसे लैके उन्होंने दवाए जा सकते हैं। गौरमेंट देन वास्ते खड़ी है, असी लै नहीं रहे, क्योंकि असी नगर कीर्तन विच मस्त हाँ, असी संगमरमर चढ़ाने विच मस्त हाँ, असी 4-4 50-50 डिशिज बना के मलक भागो वाले लंगरां च मस्त हाँ। लेकिन असी नम्रता च नहीं आ रहे। नम्रता ज़्यादा चंगा गुण है। बाकी जो भी सिख कौम कर रही है वो चंगे चंगे जिहड़े गुण प्रैक्टिस कर रही है, उहदे कारण कौम खड़ी है। मैं करदा कीता मेरे कीतिया होया वे, ये भुलेखा हौमे दा शोर। मैं अफलातून हाँ, हर गल मैनू पुछी जाए, मैनू पुछे बिना होएगी नहीं, पुछी नहीं तो होण देनी नहीं ना, मैनू पुछया क्यों नहीं। पिछे मैं सुनिया फलाने शहर अंदर एक बंदा जी रुस गया, पुछया वो मंदा क्यों नहीं है, कहते वो ना इस करके रुसिया होया कि शहर दे कुछ चंद बंदे आन मेरे को माफ़ी मंगन, फिर मैं उन्होंने नाल टुरांगा तो फिर बाकी का काम कराऊंगे, ताकि मेरी मन्नी जाए। किस तरह मैं कुछ हाँ, मैं अफलातून हाँ, मैं धर्मिया, मेरे वर्गा मजहब किसी का नहीं, बाकियों का मजहब घटिया है। तेर मेर अपना बिगाना, बैरी बिगाना, देसी परदेसी, ये वाली जिहड़ी सारी खेड की जाती है, यही अहंग दा हौमे दा शोर है। बायस्ड हो जाना, जो ही असी किसी बारे बायस्ड होवांगे ना, सारी डिसहारमनी शुरू हो जाएगी। किसी को बाहरों देखना या किसी की गलती देख लेना और उहदे वास्ते हमेशा वास्ते मन की धारणा बना लेनी और दूरी बना लेनी। यह मन का शोर, कंपलैक्स विच रहना, इनफीरिटी या सुपीरिटी दे, अपने तन का माण, अपने जोबन का माण, अपनी प्राप्ति का माण, अपनी धन भूम का माण, अपनी नम्रता का माण, अपना जात अभिमान, अपने जेंडर का अभिमान। पता है मैं मर्द होना वा, अपनी पत्नी नूं पैर की जुत्ती बना के रखना, मेरे लफज मैनू खिमा करना। असी अपनी पत्नी नूं पैर की जुत्ती नहीं बनाना है, उसनूं डोरमैट ट्रीट नहीं करना है। असी कोशिश करनी है उहदे नाल नम्रता नाल, प्यार नाल बोलीए, उच्चा ना बोलीए, उहदे चंगे कीते कम्मां दी शलाघा करिए, मंदे कम्मां वास्ते जिहड़ी भी उहदे कोल गलती अवगुण हो जाए उसनूं माफ़ कर दईए। इंज ही पत्नी नूं चाहिए उसनूं माफ़ कर दे। असी तलाक तक पहुँच जाने। राज अभिमान, बॉडी लैंग्वेज, ये सारिया जितनियां ने ना हंकार दीयां गल्लां ने। राज अभिमान, डोमीनेट करना,
ਗੁਰੂ ਪਾਤਸ਼ਾਹ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੂੰ ਹੰਕਾਰ ਰਿਹਾ ਫਿਰਦਾ, ਤੈਨੂੰ ਆਪਣਾ ਨਿੱਕੇ ਨਿੱਕੇ ਚੀਜ਼ਾਂ ਤੇ ਮਾਣ ਹੈ। ਅੱਜ ਲੋਕੀ ਬ੍ਰਾਂਡ ਨੇਮ ਦੇ ਕੱਪੜੇ ਪਾ ਕੇ ਹੀ ਨਹੀਂ ਮਾਣ ਸਮਾਉਂਦੇ ਨੇ, ਵਧੀਆ ਕਾਰ ਤੇ ਬੈਠ ਕੇ ਦੂਜੇ ਨਾਲ ਢੰਗ ਨਾਲ ਗੱਲ ਨਹੀਂ ਕਰਦੇ ਨੇ। ਇਹ ਸਾਰੇ ਹਉਮੈ ਦੇ ਸ਼ੋਰ ਨੇ, ਇਹਨਾਂ ਦੇ ਨਾਲ ਰੱਬ ਜੀ ਨਾਲ ਮੁੱਖ ਨਹੀਂ ਜੁੜਦਾ। ਇਹਦੇ ਨਾਲ ਕੀ ਹੋਏਗਾ? ਰੱਬ ਜੀ ਨਾਲ ਮੁੱਖ ਜੁੜੇਗਾ ਨਹੀਂ, ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਰੱਬ ਜੀ ਨਾਲ ਇੱਕ ਮਿਕਤਾ ਪ੍ਰਾਪਤ ਨਹੀਂ ਹੋ ਸਕਦੀ। ਗੱਲਾਂ ਨਾਲ ਤੂੰ ਦੁਨੀਆ ਜਿੱਤ ਸਕਦਾ ਹੈ, ਗੱਲਾਂ ਨਾਲ ਤੂੰ ਦੂਜਿਆਂ ਨੂੰ ਦਬਾ ਸਕਦਾ ਹੈ, ਗੱਲਾਂ ਨਾਲ ਤੂੰ ਉੱਚਾ ਬੋਲ ਕੇ ਦੂਜੇ ਨੂੰ ਚੁੱਪ ਕਰਾ ਸਕਣਾ ਹੈ। ਤੇਰੇ ਕੋਲ 10 ਦਲੀਲਾਂ ਨੇ ਦੂਜੇ ਨੂੰ ਝੂਠੇ ਪਾਉਣ ਵਾਸਤੇ, ਕਿਸੇ ਨੂੰ ਪਬਲਿਕ ਦੇ ਸਾਹਮਣੇ ਬੇਇੱਜ਼ਤ ਕਰਨ ਵਾਸਤੇ, ਕਿਸੇ ਨੂੰ ਬਰਾਦਰੀ ਅੰਦਰ ਸਣੇ ਕੱਪੜੇ ਧਰਤੀ 'ਚ ਗਾੜਨ ਵਾਸਤੇ ਤੇਰੇ ਕੋਲ ਬੜੇ ਸਾਰੇ ਢੰਗ ਤਰੀਕੇ ਹਨ, ਪਰ ਗੱਲੀ ਜੋਗ ਨਾ ਹੋਈ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਪਤਾ ਕੀ ਕਰ, ਅਗਰ ਜੇ ਇੰਜ ਕਰੋ ਤਾਂ, ਸੋ ਸ਼ਬਦ ਦੇ ਵਿਚਕਾਰ ਅੱਗੇ ਆਏਗਾ, ਜੇ ਰੋਲਾ ਪਿਆ ਹੋਇਆ ਹੈ ਤਾਂ ਤੈਨੂੰ ਇੱਥੋਂ ਅੰਦਰੋਂ ਚੈਨ ਨਹੀਂ ਆਏਗਾ। ਹੁਣ ਰਹਾਉ ਦੀ ਪੰਕਤੀ ਡਿਸਕਸ ਕਰਕੇ ਰਹਾਉ ਨੂੰ ਇੱਕ ਵਾਰੀ ਇੱਕ ਲਫ਼ਜ਼ਾਂ ਵਿੱਚ ਵਿਚਾਰ ਲਈਏ। ਅਹੰਗ ਤੋਰੋ, ਅਗਰ ਆਪਣੀ ਹਉਮੈ ਨੂੰ, ਇਹ ਹਉਮੈ ਦੇ ਸਾਰੇ ਸ਼ੋਰ ਨੂੰ ਤੋੜੋ, ਮੁਖ ਜੋੜੋ, ਗੁਰੂ ਨਾਲ ਮੁਖ ਜੇ ਜੋੜੋ, ਗੁਰ ਗੁਰ ਕਰਤ ਮਨ ਲੋਰੋ, ਆਪਣੀ ਖੋਜ ਕਰੋ, ਪ੍ਰੀਤ ਪਿਆਰੋ ਮੋਰੋ, ਆਪਣੇ ਅੰਦਰ ਦੇ ਮਨ ਦੀ ਰੱਬ ਜੀ ਨਾਲ ਇਕਮਿਕਤਾ ਹੋ ਜਾਂਦੀ ਹੈ, ਰੱਬ ਜੀ ਨਾਲ ਪਿਆਰ ਪੈ ਜਾਂਦਾ, ਇਹਨੂੰ ਪ੍ਰੀਤ ਦੀ ਨਿਸ਼ਾਨੀ ਕਹਿੰਦੇ ਨੇ। ਰਹਾਓ ਫਾਇਦਾ ਕੀ ਹੋਏਗਾ? ਗ੍ਰਹਿ ਸੇਜ ਸੁਹਾਵੀ, ਗ੍ਰਹਿ ਦੇ ਹਾਹੇ ਨੂੰ ਸਿਆਰੀ ਹੈ, ਇਹ ਗ੍ਰਹਿ ਹੈ, ਇਸ ਮਨ ਦਾ ਇਹ ਘਰ ਹੈ। ਇਸ ਘਰ ਦੇ ਬੜੇ ਸਾਰੇ ਮੈਂਬਰ ਨੇ, ਸੁਰਤ ਮਤ ਬੁੱਧ, ਇਸ ਘਰ ਦੇ ਬੜੇ ਸਾਰੇ ਮੈਂਬਰ ਨੇ, ਇੰਦਰੀਆਂ ਗਿਆਨ ਇੰਦਰੀਆਂ, ਇਸ ਘਰ ਦਾ ਸਾਰਾ ਸਰੀਰ ਮੈਂਬਰ ਹੈ। ਗ੍ਰਹਿ ਸੇਜ ਸੁਹਾਵੀ, ਆਂਗਨ ਚੈਨਾ, ਹਿਰਦੇ ਵੇੜੇ ਵਿੱਚ ਚੈਨ ਆ ਜਾਂਦਾ ਹੈ। ਬੰਦਾ ਹਉਮੈ ਦੇ ਕੰਡੇ ਨਾਲ ਸੜਦਾ ਬਲਦਾ ਨਹੀਂ ਰਹਿੰਦਾ, ਆਪਣੇ ਅਹੰਕਾਰ ਜਗਤ ਜਲਿਆ ਵਿੱਚ ਨਹੀਂ ਰਹਿੰਦਾ, ਸੜਦਾ ਬਲਦਾ ਨਹੀਂ ਰਹਿੰਦਾ ਹੈ। ਆਂਗਨ ਚੈਨਾ ਤੋਰੋ ਰੀ ਤੋਰੋ, ਅਗਰ ਤੋਰੋ ਤੋ, ਇਹ ਮੇਰੇ ਮਨ ਜੀ ਕਹਿ ਰਹੇ ਨੇ, ਹੁਣ ਮਤ ਨੂੰ ਵੀ ਸਮਝਾ ਰਹੇ ਨੇ, ਤੁਸੀਂ ਵੀ ਤੋੜੋ, ਤੁਸੀਂ ਵੀ ਤੋੜੋ। ਪੰਚ ਦੂਤਨ ਸਿਓ ਸੰਗ ਤੋਰੋ, ਅਗਰ ਇਹਨਾਂ ਸਾਰਿਆਂ ਨਾਲ ਸੰਗ ਤੋੜ ਦਿਓ, ਪਤਾ ਕੀ ਹੁੰਦਾ? ਆਏ ਨਾ ਜਾਏ ਬਸੇ ਨਿਜ ਆਸਨ, ਚੈਨ ਦਾ ਆਸਨ ਮਿਲ ਜਾਂਦਾ ਹੈ, ਟਿਕ ਜਾਂਦੇ ਹਾਂ, ਭਟਕਣਾ ਮੁੱਕ ਜਾਂਦੀ ਹੈ, ਆਵਣ ਜਾਣਾ ਮੁੱਕ ਜਾਂਦਾ ਹੈ, ਜੰਮਣ ਮਰਨ ਮੁੱਕ ਜਾਂਦਾ ਹੈ। ਇਹਦਾ ਮਤਲਬ ਜਿਹੜੇ ਮੈਨੂੰ ਅਵਗੁਣੀ ਖਿਆਲ ਆਉਂਦੇ ਨੇ, ਜਿਹੜੇ ਮੈਨੂੰ ਹਉਮੈ ਦੇ ਖਿਆਲ ਆਉਂਦੇ ਨੇ, ਇਹ ਮੇਰਾ ਪਲ ਪਲ ਦਾ ਜੰਮਣ ਮਰਨ ਕਰਾਉਂਦੇ ਨੇ। ਆਏ ਨਾ ਜਾਏ ਬਸੇ ਨਿਜ ਆਸਨ, ਊਂਦ ਕਮਲ ਬਿਗ ਸੋਰੋ, ਵਿਗਾਸ ਖੇੜਾ ਆ ਜਾਂਦਾ ਹੈ, ਮੇਰਾ ਕਮਲ ਜਿਹੜਾ ਪੁੱਠਾ ਸੀ ਨਾ ਉਹ ਸਿੱਧਾ ਹੋ ਗਿਆ। ਸਾਧ ਸੰਗਤ ਜੀ, ਪੁੱਠਾ ਕਮਲ ਦਾ ਮਤਲਬ ਇਹ ਵੇ ਕਿ ਮੇਰੀ ਹਉਮੈ ਸੀ, ਹਉਮੈ ਦੇ ਕਾਰਨ ਮੈਂ ਚਿੱਕੜ ਹੀ ਡੁੱਬਿਆ ਹੋਇਆ ਸੀ, ਮੇਰਾ ਕਮਲ ਉੱਪਰ ਨੂੰ ਹੋ ਗਿਆ, ਸਿੱਧਾ ਹੋ ਗਿਆ। ਮੀਨਸ ਮੈਂ ਜਿਸ ਚਿੱਕੜ ਵਿੱਚ ਰਹਿੰਦਾ ਸੀ, ਦੁਨੀਆ ਤੇ ਉਸ ਚਿੱਕੜ ਵਿੱਚ ਹਉਮੈ ਹੰਕਾਰ ਕਰਦੀ ਹੈ, ਮੈਂ ਨਹੀਂ ਕਰਨਾ। ਜਦੋਂ ਸਾਡੇ ਘਰ ਵਿੱਚ ਬੱਚੇ ਦਾ ਵਿਆਹ ਹੋਵੇ, ਅਸੀਂ ਉਹਨੂੰ ਕਿ ਉੱਚ ਜ਼ਾਤ ਵਾਲੇ ਨਾਲ ਕਰਨਾ ਹੈ, ਦੇਖਿਆ ਅਸੀਂ ਜੱਟ ਹੁੰਦੇ ਹਾਂ, ਦੇਖਿਆ ਅਸੀਂ ਭਾਪੇ ਹੁੰਦੇ ਹਾਂ, ਦੇਖਿਆ ਅਸੀਂ ਰਾਮਗੜੀ ਹੁੰਦੇ ਹਾਂ, ਅਸੀਂ ਬੱਚੇ ਨੂੰ ਉਸ ਚਿੱਕੜ ਵਿੱਚ ਉਸਦੇ ਕਮਲ ਦੇ ਵਿਕਾਸ ਨੂੰ ਪੁੱਠਾ ਕਰੀ ਰੱਖਦੇ ਹਾਂ। ਜੇ ਉਹ ਮੁਨਕਰ ਹੋ ਜਾਏ, ਕਿ पापा मैं इंसान हूँ, मेरे को ज़ात पात से शादी नहीं करनी है, मेरे को मेरा नाम के आगे ज़ात मत लगाओ, मेरे नाम के आगे सिर्फ लिखो भूपिंदर सिंह। ज़ात वालों के साथ नहीं कर रही है, लड़की के नाम के आगे भी भूपिंदर कौर या जो कुछ भी उसका नाम है लिखाओ, इसके बाद वो ज़ात वाले ना हो, क्योंकि मैं कार्ड पे नहीं लिखने दूंगा पापा, मैं अपना कमल सिद्धा कर रहा हूँ, तुम चिक्कड़ में रहते हो, दुनिया चिक्कड़ में रहती है, मेरे को समझ में आया, मालन पुली जग पुलाना, हम पुलाने ना है, मैंने इस चिक्कड़ में नहीं रहना है। दुनिया दाज लेती है, मेरे को चिक्कड़ में मत घसीटो, वरना सारी उम्र करोड़ापति लोकी होंदे ने, अपने पुत्र नूं दाज दे चक्कर विच फसा दिंदे ने, और बेडरूम के अंदर वोटी कहती है, जरा टाइम देख के बताओ उस घड़ी में से जो तुमने हाथ पर बांधी और मेरे पापे ने तुमको दी थी।
अपनी मम्मी को कहो कुकर ज़्यादा यूज़ ना किया करे, मेरे पापे ने दिया था। वो जो अलमारी तुम्हारी मम्मी ने मल के रखी हुई है, मेरे पापे ने दी थी। मम्मी को बोलो अलमारी खाली करें। अपनी बहन को बोलो वो हमारे वाली कार कभी यूज़ ना किया करे, क्यों, मेरे पापे ने दी थी। इस तरीके ਦੇ ਟੌਂਟ ਸੁਣਨੇ ਪੈਂਦੇ ਨੇ ਸਾਡੇ ਪੁੱਤਰ ਨੂੰ। ਜੇ ਅਸੀਂ ਉਸ ਨੂੰ ਵਿਕਾਸ ਵਿੱਚ ਰੱਖਣਾ ਚਾਹੁੰਦੇ ਹਾਂ, ਇਹ ਦੁਨਿਆਵੀ ਚਿੱਕੜ ਵਾਲੀ ਗੇਮ ਤੋਂ ਅਸੀਂ ਉਸ ਨੂੰ ਛੁਟਾਵਾਂਗੇ, ਫਾਇਦਾ ਹੋ ਜਾਂਦਾ ਹੈ, ਪੁੱਠਾ ਕਮਲ ਸਿੱਧਾ ਹੋ ਜਾਂਦਾ ਹੈ। ਅਗਰ ਮੁਖ ਜੋੜੋ, ਅਗਰ ਅੰਦਰ ਦੀ ਖੋਜ ਕਰੋ, ਅਗਰ ਅਹੰਗ ਨੂੰ ਤੋੜੋ। ਬੜਾ ਭਾਰੀ ਭੁਲੇਖਾ ਹੈ, ਅਸੀਂ ਅਮੀਰ ਹਾਂ, ਇਹ ਗਰੀਬ ਨੇ। ਇਹ ਗਰੀਬ ਪਤਾ ਕਿਉਂ ਨੇ? ਪਿਛਲੇ ਜਨਮ ਦਾ ਕਰਮਾ ਕਰਕੇ। ਇਸ ਕਰਕੇ ਫਿਲਾਸਫੀ ਬੜੀ ਪਸੰਦ ਆਉਂਦੀ ਹੈ। ਅਸੀਂ ਅਮੀਰ ਹਾਂ ਪਿਛਲੇ ਜਨਮਾਂ ਦੇ ਕਰਮਾਂ ਭਾਗਾਂ ਕਰਕੇ, ਇਹ ਗਰੀਬ ਨੇ ਪਿਛਲੇ ਜਨਮਾਂ ਦੇ ਕਰਮਾਂ ਭਾਗਾਂ ਕਰਕੇ। ਇਹਦੇ ਨਾਲ ਸ਼ੋ ਆਫ ਬਣਿਆ ਕਿ ਜਦੋਂ ਅਸੀਂ ਪੁੱਤਰ ਦਾ ਵਿਆਹ ਕਰਾਂਗੇ, ਧੀ ਦਾ ਵਿਆਹ ਕਰਾਂਗੇ, ਜਾਂ ਸਾਡੇ ਘਰ ਜਦੋਂ ਕੋਈ ਮਰ ਵੀ ਜਾਏਗਾ ਤਾਂ ਅਸੀਂ ਦਿਖਾਵੇ ਦਾ ਹਾਈ-ਫਾਈ ਲੰਗਰ ਕਰਨਾ ਹੈ। ਨਾ ਉਹਦਾ ਲੰਗਰ ਰੱਖਿਆ ਹੋਇਆ ਹੈ, ਵਧੀਆ ਕੇਟਰਰ ਬੁਲਾਵਾਂਗੇ। ਦਿਖਾਵਾ। ਲੇਕਿਨ ਉਹਨੂੰ ਜਦੋਂ ਅਸੀਂ ਗਰੀਬ ਕਿਹਾ, ਜਿਹੜਾ ਚੌਕ ਤੇ ਗਰੀਬ ਭੀਖ ਮੰਗ ਰਿਹਾ, ਉਹਨੂੰ ਅਸੀਂ ਪਿੱਛੋਂ ਰੱਬ ਜੀ ਦੇ ਉਹਦੇ ਕਰਮਾਂ ਦਾ ਲੇਖਾ ਕਹਿ ਕੇ ਉਸਨੂੰ ਉਹ ਸਜ਼ਾ ਰੱਬ ਜੀ ਦੇ ਰਹੇ ਨੇ ਕਹਿ ਦਿੱਤਾ। ਪਰ ਅਸੀਂ ਉਹਦੀ ਗਰੀਬੀ ਕੱਟ ਸਕਦੇ ਸੀ। ਅਸੀਂ ਇਹ ਜਿਹੜਾ 40 ਡਿਸ਼ਿਜ਼ ਦਾ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਤੇ ਦਿਖਾਵੇ ਕਰਦੇ ਹਾਂ, ਇਹ ਵਾਲੇ ਪੈਸੇ ਬਚ ਸਕਦੇ ਨੇ, ਬਚਾਏ ਜਾ ਸਕਦੇ ਨੇ। ਸਾਦੀ ਰੋਟੀ ਮਲਕ ਭਾਗੋ ਦੇ ਬਦਲੇ ਭਾਈ ਲਾਲੋ ਵਾਲੀ ਕੀਤੀ ਜਾ ਸਕਦੀ ਹੈ। ਸਾਡੇ ਜੇ ਕੁੜਮ ਰੁੱਸ ਜਾਣਗੇ, ਜੇ ਉਹਨਾਂ ਦੇ ਰਿਸ਼ਤੇਦਾਰ ਰੁੱਸ ਜਾਣਗੇ, ਉਹ ਸਾਡੇ ਨਾ ਕੁੜਮ ਹਨ ਨਾ ਰਿਸ਼ਤੇਦਾਰ ਹਨ, ਸਾਡੇ ਦੁਸ਼ਮਣ ਹਨ, ਗੁਰਮਤ ਦੇ ਦੁਸ਼ਮਣ ਹਨ, ਇਨਸਾਨੀਅਤ ਜ਼ਾਤ ਦੇ ਦੁਸ਼ਮਣ ਹਨ। ਸੋ ਸਾਨੂੰ ਨਮਰਤਾ ਵਿੱਚ ਆਉਣਾ ਚਾਹੀਦਾ, ਦਿਖਾਵਾ ਨਹੀਂ ਕਰਨਾ ਚਾਹੀਦਾ। ਊਦ ਕਮਲ ਬਿਗਸੋਰੋ, ਵਿਗਾਸ ਹੋ ਜਾਂਦਾ ਹੈ। ਜੇ ਸਾਸਨ ਜੀ ਜੇਕਰ ਇੰਜ ਕਰੋ ਤਾਂ ਛੁਟਕੀ ਹਉਮੈ ਸੋਰੋ। ਸੋਰੋ ਦਾ ਮਤਲਬ ਹੈ ਸ਼ੋਰ। ਹਉਮੈ ਦਾ ਸ਼ੋਰ ਇਸ ਤਰ੍ਹਾਂ ਛੁੱਟ ਜਾਂਦਾ ਹੈ, ਮੁੱਕ ਜਾਂਦਾ ਹੈ। ਫਾਇਦਾ ਕੀ ਹੁੰਦਾ ਹੈ? ਇੱਕ ਇੰਦਰਾ ਗਿਆਨਿੰਦਰਾ ਰੱਬ ਜੀ ਦੀ ਉਸਤਤ ਕਰਨ ਲੱਗ ਪੈਂਦੀ ਹੈ। ਹੁਣ ਕਹਿੰਦੇ ਨੇ ਮੈਨੂੰ ਇਹ ਅਵਸਥਾ ਪ੍ਰਾਪਤ ਹੋਈ, ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹਿਰੋ। ਮੈਂ ਰੱਬੀ ਗੁਣਾਂ ਦੇ ਖਜ਼ਾਨੇ ਦੇ ਗੁਣ ਗਾਏ, ਰੱਬ ਜੀ ਦੇ ਗੁਣ ਗਾਏ। ਮੈਂ ਗਾਇਓ, ਮੈਂ ਗਾਉਂਦਾ ਹਾਂ, ਮੈਂ ਗਾਉਂਦੀ ਹਾਂ, ਮੈਂ ਗਾਣਾ ਸ਼ੁਰੂ ਕੀਤਾ। ਮਤਲਬ ਰੱਬੀ ਗੁਣਾਂ ਦੀ ਵਡਿਆਈ ਕਰਨੀ ਸ਼ੁਰੂ ਕੀਤੀ, ਰੱਬੀ ਗੁਣਾਂ ਦੀ ਵਡਿਆਈ ਵਿਚਾਰ ਕਰਨੀ ਸ਼ੁਰੂ ਕੀਤੀ। ਮਨੂੰ ਸਮਝ ਆਈ माधो हम ऐसे तू ऐसा, हम पापी तुम पाप खंडन, नीको ठाकुर देशा। मैं कैसा हूँ और आप कैसे हैं? मैं ग्रैटिट्यूड इच नहीं रहता, मैं धनता योग इच नहीं रहता। तुम करो भला भलो ना जाना है। इस तरह ये मैंने मेरे गुर करत मन लोरो मैनू मेरा अपना एनालिसिस सिखा दिता। मेरा एनालिसिस करन तो बाद मेरी हौमै नू तोड़ दिता, मेरा रब जी नाल मुख जुड़ गया, मेरा जोग हो गया ते मेरा अवगुणा नाल हौमै दे कंडे नाल जान छुट गई।